वाहिगुरू जी का खालसा वाहिगुरू जी की फतेह। प्रोग्राम करंट अफेयर लैके मैं हाजिर हाँ हरिंदर सिंह गिल। तो इस प्रोग्राम के विच आप जानते हो कि असी गलबात करते हैं खबरों के उत्ते, पंजाब की पॉलिटिक्स के उत्ते चर्चा होंदी आ ते होर वक्-वक् गल्लां दे उत्ते चर्चा होंदी आ। सो मेरे नाल इस प्रोग्राम के विच हर बार की तरह सीनियर पत्रकार सरदार जसवीर सिंह जी पट्टी सो उन्हां नाल फतह दी सांझ पा के प्रोग्राम की शुरुआत करते हैं। पट्टी साहब वाहिगुरू जी का खालसा वाहिगुरू जी का खालसा वाहिगुरू जी की फतेह। पट्टी साहब, सब तो पहला पंजाब हरियाणा हाई कोर्ट के वलों एक जुडिशियल अते पुलिस कार्रवाई के दौरान जात का जिक्र ना करन तो वर्ज दिता गया आ ते दोनों सूबे दियां सरकारां नूं पंजाब ते हरियाणा ते नाल चंडीगढ़ प्रशासन नूं ताकीद कर दी गई आ कि जात का जिक्र जिहड़ा वो किसी केस दे विच ना किया जाए। किवें इस फैसले नूं देख रहे हो? जात का जिक्र करना साड़ी एक गुलामी की निशानी है जी। अंग्रेज़ों के टाइम ते जदों पुलिस एक्ट बनया उदों तो ही जात का जिहड़ा सी जिक्र किया जाता सी जी। भी आ रामगढ़िया वा जट है मजबी सिंह इदां किया जाता सी जी। और ये चंगी गल आ, मतलब वो साडे विच वंडियां पाउंदा सी जिहड़ा सी ये जात वर्ग दा जिहड़ा सीगा जी। वो बहुत चंगा किया हाई कोर्ट ने इत्ते रोक लाई है। जी। ਪਹਿਲਾਂ भी कई ਜਿਹੜੀਆਂ ਅਸੀਂ ਸਮਾਜਿਕ ਜਥੇਬੰਦੀਆਂ ਉਹ ਸਮੇਂ-ਸਮੇਂ ਤੇ ਸਰਕਾਰ ਤੋਂ ਮੰਗ ਕਰਦੀਆਂ ਆਈਆਂ, ਲੇਕਿਨ ਸਰਕਾਰ ਦੇ ਕਹਿਣ ਦੇ ਬਾਵਜੂਦ ਵੀ ਜਿਹੜੀ ਅਸੀਂ ਸਾਡੇ ਪੁਲਿਸ ਵਾਲੇ ਉਹ ਨਾਲ ਲਿਖਦੇ ਸੀ ਵੀ ਇਹ ਇਹਦਾ ਫਲਾਣਾ ਸਿੰਘ ਪੁੱਤਰ ਫਲਾਣਾ ਸਿੰਘ ਰਾਮਗੜੀਆ ਇੱਥੋਂ ਦਾ ਰਹਿਣ ਵਾਲਾ। ਤੇ ਮੈਂ ਸੋਚਦਾ ਵੀ ਇੱਕ ਅਸਾਰੂ ਕਦਮ ਹੈ ਹਾਈ ਕੋਰਟ ਦਾ ਤੇ ਇਹਨੂੰ ਇੰਪਲੀਮੈਂਟ ਇਮੀਡੀਏਟਲੀ ਕਰਾਉਣਾ ਚਾਹੀਦਾ ਵਾ ਜੀ, ਤਾਂ ਕਿ ਲੋਕਾਂ ਦੇ ਵਿੱਚ ਜਿਹੜੀ ਉਹ ਜਾਤ ਪਾਤ ਦੀ ਭਾਵਨਾ ਉਹ ਖਤਮ ਕੀਤੀ ਜਾ ਸਕੇ, क्योंकि जाति पाति ने साडा बड़ा नुकसान किया वा जी, जो अज भी कर रही है। पढ़े लिखे लोग भी जिहड़े वो जाति पाति च पै ने ते हाई कोर्ट दे जे सख्त एक्शन लिया तो चंगी गल आ ते पुलिस नूं चाहीदा भी उत्ते इंप्लीमेंटेशन करे जी। इस तो इलावा गल करिए पट्टी साहब, चोण जाबता लगा आ, इन्हीं दिनी नगदी भी फड़ी जाती है, नशे भी फड़े जाते आ, पर गल करिए जेकर पंजाब की तो इन्ना क माड़ा हालात जिहड़े हो गए आ, बड़ा दुख होया है खबर पढ़ के कि कुल भारत दे विचों जिन्ना नशा ते नगदी फड़ी गई आ उस दे विच सब तो पहले नंबर ते पंजाब है। तो 64% जिहड़ा आ नगदी ते नशे की गल जिहड़ी आ वो चली आ कि वो फड़ी गई आ। किवें देखदे हो कि कहा जा रहा सीगा अकालियां दे टाइम ते बहुत नशा आ, बहुत इदां हो रहा, पर नशा अजे भी घट नहीं होया। ज़मीनी हकीकत जिहड़ी वो इस चीज़ ने दर्शा दी है। वेखो जी, नशे ते नगदी जिहड़ी गल करदे आ आपां जी, ਉਹਦੇ ਵਿੱਚ ਜਿਹੜਾ ਵਾ ਇਸ ਵੇਲੇ ਹੁਣ ਤੱਕ ਪੂਰੇ ਹਿੰਦੁਸਤਾਨ ਦੇ ਵਿੱਚ 132 ਕਰੋੜ ਦੇ ਨਸ਼ੇ ਜੀ ਤੇ ਨਗਦੀ ਫੜੀ ਗਈ ਹੈ ਜੀ, ਜਿਹਦੇ ਵਿੱਚੋਂ 84.30 ਕਰੋੜ ਜਿਹੜੀ ਆ ਕੱਲੇ ਪੰਜਾਬ ਤੋਂ ਫੜੀ ਗਈ ਹੈ। ਮਤਲਬ ਉਹਦਾ 64% ਹਿੱਸਾ ਜਿਹੜਾ ਉਹ ਪੰਜਾਬ ਦੇ ਵਿੱਚੋਂ ਫੜਿਆ ਗਿਆ ਜੀ। ਇਹਦਾ ਮਤਲਬ ਵੀ ਪੰਜਾਬ ਦਾ ਫਿਰ ਖੁਸ਼ਹਾਲ ਸੂਬਾ ਕਹਿ ਲਈਏ ਆਪਾਂ ਵੀ ਕਹਿ ਲਈਏ, ਜਿਹੜੇ ਅਸੀਂ ਕਹਿੰਦੇ ਕਿਸਾਨ ਸੁਸਾਈਡ ਕਰਦੇ, ਫਲਾਣੇ ਕਰਦੇ, ਢਿੰਗੇ ਕਰਦੇ, ਤੇ ਜੇ ਇਹ ਫੜੇ ਗਏ ਇਹ ਸਾਡੀ ਰੇਸ਼ੋ ਆ ਤੇ ਫਿਰ ਜਿਹੜਾ ਵਾ ਸਮਝਦੇ ਵੀ ਪੰਜਾਬ ਖੁਸ਼ਹਾਲ ਸੂਬਾ ਹੀ ਹੈ। ਦੂਸਰੀ ਚੀਜ਼, ਜੇ ਇਹਦੇ ਵਿੱਚ ਤੁਸੀਂ ਨਗਦੀ, ਸੋਨਾ, ਚਾਂਦੀ ਤੇ ਨਸ਼ੇ ਜੋੜ ਲਓ, ਉਹਦੇ ਵਿੱਚ ਪੰਜਾਬ ਦਾ ਚੌਥਾ ਸਥਾਨ ਹੈ। ਹੁਣ ਤੱਕ 539 ਕਰੋੜ ਮਤਲਬ 0.99 ਕਰੀਬ ਮਤਲਬ 540 ਕਰੋੜ ਦਾ ਸਮਾਨ ਫੜਿਆ ਗਿਆ ਵਾ, ਜਿਹਦੇ ਵਿੱਚੋਂ ਚੌਥਾ ਸਥਾਨ ਜਿਹੜਾ ਵਾ ਉਹ ਪੰਜਾਬ ਦਾ ਵਾ ਜੀ। ਪੰਜਾਬ ਦੇ ਵਿੱਚੋਂ 92 ਪੁਆਇੰਟ ਸਮਥਿੰਗ ਜਿਹੜੀ ਇਹ ਫੜਿਆ ਗਿਆ ਵਾ ਇਹ ਜਿਹੜਾ ਸਮਾਨ ਆ, ਤੇ ਤਾਮਿਲਨਾਡੂ ਪਹਿਲੇ ਨੰਬਰ ਤੇ ਜਿੱਥੇ 107 ਕਰੋੜ ਪੁਆਇੰਟ 30 ਜੀ ਇਹ ਦਾ ਸਮਾਨ ਉੱਥੇ ਫੜਿਆ ਗਿਆ ਵਾ। ਤੇ ਮੈਂ ਸੋਚਦਾ ਵੀ ਇਹਦਾ ਮਤਲਬ ਵੀ ਪੰਜਾਬ ਦੇ ਵਿੱਚ ਜਿਹੜੀਆਂ ਇਲੈਕਸ਼ਨ ਜਿੱਤਣ ਵਾਸਤੇ ਹੁਣ ਤੋਂ ਤਿਆਰੀਆਂ ਹੋ ਚੁੱਕੀਆਂ। ਜੇ 2 ਮਹੀਨੇ ਪਏ ਆ, 1.5 ਮਹੀਨਾ ਪਿਆ ਘੱਟੋ ਘੱਟ, ਹੁਣ ਤੋਂ ਹੀ ਨਸ਼ੇ ਵੀ ਇਕੱਠੇ ਹੋਣੇ ਸ਼ੁਰੂ ਹੋ ਗਏ ਆ ਜੀ, ਤੇ ਜਿਹੜੇ ਲੋਕਾਂ 'ਚ ਪੈਸੇ ਵੰਡਣੇ ਉਹ ਵੀ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ ਆ। ਇਹ ਚੰਗੀ ਗੱਲ ਆ, ਪੁਲਿਸ ਨੇ ਇਲੈਕਸ਼ਨ ਕਮਿਸ਼ਨ ਦੇ ਨਿਰਦੇਸ਼ਾਂ 'ਤੇ ਕਾਰਵਾਈ ਕਰਕੇ ਪੈਸੇ ਫੜੇ ਆ, ਤੇ ਮੈਂ ਸੋਚਦਾ ਵੀ ਇਹ ਜਿਹੜੇ ਪੈਸੇ ਫੜੇ ਗਏ ਸਿਰਫ ਆਟੇ 'ਚ ਨਮਕ ਦੇ ਬਰਾਬਰ ਆ। ਇਹ ਕਹਿ ਲਈ ਨਾ ਬੜੀ ਵੱਡੀ ਰਾਸ਼ੀ ਹੈਗੀ, ਆਟੇ 'ਚ ਨਮਕ ਦੇ ਬਰਾਬਰ ਹੈਗਾ ਜੀ। ਇਸ ਕਰਕੇ ਜਿੰਨੇ ਕੁ ਪੈਸੇ ਫੜੇ ਗਏ ਇੰਨੇ ਕੁ ਤੇ ਇੱਕ ਸੀਟ 'ਤੇ ਖਰਚ ਹੋ ਜਾਣੇ ਆ। ਇਹਦਾ ਮੈਂ ਸੋਚਦਾ ਵੀ ਅੱਗੇ ਤੋਂ ਵੀ ਜੇ ਪੁਲਿਸ ਸਤਰਕ ਰਵੇ, ਇਸੇ ਤਰ੍ਹਾਂ ਫੜੇ, ਤੇ ਇੱਥੇ ਬਹੁਤ ਸਾਰੀ ਬਹੁਤ ਵੱਡੀ ਗਿਣਤੀ ਜਿਹੜੀ ਨਗਦੀ ਹੋਈ ਜਾ ਸਕਦੀ ਹੈ। ਔਰ ਅੱਗੇ ਨੂੰ ਜਿਹੜੀ ਚੋਣ ਕਮਿਸ਼ਨ ਉਹ ਥੋੜ੍ਹਾ ਸਖਤ ਹੋਇਆ, ਖਾਸ ਕਰਕੇ ਪੰਜਾਬ ਦਾ ਚੋਣ ਕਮਿਸ਼ਨ ਕਾਫੀ ਸਖਤ ਹੈ ਜੀ। ਮਤਲਬ ਉਹ ਜੇ ਕੋਈ ਕਾਬੂ ਆ ਜਾਂਦਾ ਤਾਂ ਉਹਨੂੰ ਛੱਡਦੇ ਨਹੀਂ, ਮੁੜ ਕੇ ਉਹਦਾ ਰਗੜਾ ਪੂਰਾ ਬੰਨ ਦਿੰਦੇ ਜੀ। ਭੱਟੀ ਸਾਹਿਬ, ਇਸ ਦੇ ਨਾਲ ਪਾਕਿਸਤਾਨ ਦੀ ਗੱਲ ਕੀਤੀ ਜਾਵੇ ਤਾਂ ਇਮਰਾਨ ਖਾਨ ਦਾ ਫਿਰ ਇੱਕ ਵੱਡਾ ਬਿਆਨ ਆਇਆ ਆ, ਜਿਸ ਤੋਂ ਮੈਂ ਸਮਝਦਾ ਹਾਂ ਕਿ ਸ਼ਾਇਦ
ਭਾਰਤ ਸਰਕਾਰ ਜਿਹੜੀ ਆ ਉਹ ਵੀ ਕਾਫੀ ਜ਼ਿਆਦਾ ਇਤਰਾਜ਼ ਕਰੇਗੀ ਕਿ ਬਾਲਾਕੋਟ ਵਰਗਾ ਅਟੈਕ ਜਿਹੜਾ ਆ ਉਹ ਫੇਰ ਜਿਹੜਾ ਆ ਹੋ ਸਕਦਾ ਆ। ਇਸ ਚੀਜ਼ ਦਾ ਡਰ ਆ ਪਾਕਿਸਤਾਨ ਨੂੰ। ਤੇ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਜਿੰਨਾ ਚਿਰ ਤੱਕ ਭਾਰਤ ਦੇ ਵਿੱਚ ਵੋਟਾਂ ਨਹੀਂ ਪੈ ਜਾਂਦੀਆਂ, ਇਲੈਕਸ਼ਨ ਨਹੀਂ ਹੋ ਜਾਂਦੀ, ਆਮ ਚੋਣਾਂ ਨਹੀਂ ਹੋ ਜਾਂਦੀਆਂ, ਉਹਨਾਂ ਚਿਰ ਤੱਕ ਭਾਰਤ ਪਾਕਿਸਤਾਨ ਦੇ ਰਿਸ਼ਤਿਆਂ 'ਚ ਤਲਖੀ ਬਣੀ ਰਹੇਗੀ। ਹਮੇਸ਼ਾ ਹੀ ਇਹ ਚੀਜ਼ ਲੋਕਾਂ ਨੂੰ ਦਰਸਾ ਕੇ ਕਿ ਪਾਕਿਸਤਾਨ ਸਾਡਾ ਬਹੁਤ ਵੱਡਾ ਦੁਸ਼ਮਣ ਆ ਤੇ ਰਾਜਨੀਤੀ ਭਾਰਤ ਦੇ ਵਿੱਚ ਹੁੰਦੀ ਆ, ਇਸ ਚੀਜ਼ ਨੂੰ ਲੈ ਕੇ ਪਾਕਿਸਤਾਨ ਵੀ ਕਿਤੇ ਨਾ ਕਿਤੇ ਖੁਸ਼ ਨਜ਼ਰ ਨਹੀਂ ਆ ਰਿਹਾ। ਪਰ ਇਹ ਤਾਜ਼ਾ ਬਿਆਨ ਦੇ ਉੱਤੇ ਕੀ ਕਹਿਣਾ ਚਾਹੋਗੇ? ਇਮਰਾਨ ਖਾਨ ਨੇ ਜਿਹੜੀ ਚਿੰਤਾ ਜ਼ਾਹਿਰ ਕੀਤੀ ਆ ਉਹ ਬਿਲਕੁਲ ਦਰੁਸਤ ਆ ਜੀ, ਕਿਉਂਕਿ ਪੁਲਵਾਮਾ ਹਮਲੇ ਤੋਂ ਬਾਅਦ ਜਦੋਂ ਜਾ ਕੇ ਇਹਨਾਂ ਬਾਲਾਕੋਟ ਅਟੈਕ ਕੀਤਾ, ਮੁਜ਼ੱਫਰਨਗਰ ਅਟੈਕ ਕੀਤਾ, ਪਾਕਿਸਤਾਨ ਦੇ ਵਿੱਚ 3 ਜਗ੍ਹਾ ਤੇ ਕੀਤਾ, ਚੁਕੁੰਟੀ ਕੀਤਾ ਸੀਗਾ। ਉਸ ਟਾਈਮ ਤੇ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੇ ਪਹਿਲਾਂ ਕਹਿ ਦਿੱਤਾ ਸੀ ਕਿ ਪਾਕਿਸਤਾਨ ਤੇ ਕੋਈ ਇਹੋ ਜਿਹਾ ਹਮਲਾ ਹੋਣ ਵਾਲਾ ਵਾ। ਉਹਨੇ ਪਹਿਲਾਂ ਕਹਿ ਦਿੱਤਾ ਸੀ। ਉਹਨੂੰ ਕਿਵੇਂ ਪਤਾ ਲੱਗ ਗਿਆ ਜੀ? ਇਹਦਾ ਮਤਲਬ ਸਾਡੀਆਂ ਏਜੰਸੀਆਂ ਦੀ ਕਿਤੇ ਕਿਤੇ ਸੀਕ੍ਰੇਸੀ ਆ, ਜਾਂ ਪਹਿਲਾਂ ਦੱਸਿਆ ਗਿਆ ਪੀਸੀਆ ਕਰਨਾ, ਤੁਸੀਂ ਬੋਲਿਓ ਨਾ। ਹੁਣ ਵੀ ਹੋ ਸਕਦਾ ਵੀ ਇਮਰਾਨ ਖਾਨ ਹੋਰਾਂ ਨੂੰ ਉਸੇ ਟਰੰਪ ਨੇ ਕਿਹਾ ਹੋਇਆ ਵੀ ਥੋੜ੍ਹੇ ਸੁਚੇਤ ਰਹੋ ਤੁਸੀਂ, ਤੁਹਾਡੇ ਤੇ ਇਸ ਤਰ੍ਹਾਂ ਦਾ ਅਟੈਕ ਹੋ ਸਕਦਾ ਜੀ। ਸਭ ਤੋਂ ਵੱਡੀ ਗੱਲ ਮੈਂ ਸੋਚਦਾ ਇਹ ਪ੍ਰੈਕਟਿਸ ਬਹੁਤ ਮਾੜੀ ਹੈ, ਕਿਉਂਕਿ ਜਿਹੜਾ ਡੋਕਲਾਮ ਦਾ ਏਰੀਆ ਵਾ, ਡੋਕਲਾਮ ਦਾ ਥੋੜ੍ਹਾ ਜਿਹਾ ਏਰੀਆ ਵਾ, ਜੇ ਕਿਤੇ ਚਾਈਨਾ ਉਹਦੇ 'ਤੇ ਕਬਜ਼ਾ ਕਰ ਲੈਂਦਾ ਤੇ ਸਾਡੀਆਂ 7 ਛੋਟੀਆਂ ਸਟੇਟਾਂ ਜਿਹੜੀਆਂ ਉਹ ਇੰਡੀਆ ਨਾਲੋਂ ਕੱਟੀਆਂ ਜਾਂਦੀਆਂ ਜੀ। ਤੇ ਅੱਜ ਕੁਛ ਨਕਸ਼ੇ ਤਬਾਹ ਕੀਤੇ ਆ ਚਾਈਨਾ ਨੇ, ਜਿਹੜੇ ਉਹ ਨਕਸ਼ੇ ਦਿਖਾਉਂਦੇ ਵੀ ਅਰੁਣਾਚਲ ਪ੍ਰਦੇਸ਼ ਜਿਹੜਾ ਵਾ ਉਹ ਇੰਡੀਆ 'ਚ ਉਹਨਾਂ ਨਕਸ਼ੇ ਤਬਾਹ ਕਰਤੇ ਵੀ ਨਹੀਂ ਸਾਡਾ ਹਿੱਸਾ। ਇਸ ਕਰਕੇ ਉਸੇ ਤੇ ਅਸੀਂ ਬੋਲ ਨਹੀਂ ਰਹੇ, ਉੱਥੇ ਤੇ ਕੋਈ ਗੱਲ ਕਰ ਨਹੀਂ ਰਹੇ। ਸਾਡੇ ਜਿਹੜੀ ਆ ਉਹ ਲੱਖਾਂ ਕਿਲੋਮੀਟਰ ਦੇ ਅੰਦਰ ਆ ਕੇ ਜਿਹੜਾ ਅਸੀਂ ਚਾਈਨਾ ਨੇ ਕਬਜ਼ਾ ਕੀਤਾ, ਉੱਥੇ ਅਸੀਂ ਕੋਈ ਗੱਲ ਨਹੀਂ ਕਰ ਰਹੇ ਜੀ। ਹੁਣ ਇਮਰਾਨ ਖਾਨ ਨੇ ਜੇ ਇੰਨੀ ਗੱਲ ਕਹੀ ਹੈ ਵੀ ਹੋ ਸਕਦਾ, ਤੇ ਕਿਉਂਕਿ ਬੀਜੇਪੀ ਦੇ ਕੋਲੇ ਇਸ ਵੇਲੇ ਸਵਾਏ ਇਹੋ ਜਿਹੇ ਅਟੈਕ ਕਰਕੇ, ਇਹੋ ਜਿਹੀਆਂ ਗੱਲਾਂ ਕਰਕੇ ਲੋਕਾਂ ਦੀ ਸਿੰਪਥੀ ਲੈਣ ਦਾ ਕੋਈ ਵੀ ਅਜੇ ਤੱਕ ਮੁੱਦਾ ਬਚਿਆ ਨਹੀਂ। ਜਿੰਨੇ ਵਾਅਦੇ ਇਹਨਾਂ ਕੀਤੇ ਸੀ ਚੋਣ ਦੇ, ਇੱਕ ਵੀ ਪੂਰਾ ਨਹੀਂ ਕੀਤਾ ਗਿਆ। ਉਲਟਾ GST ਲਾਤਾ, ਨੋਟਬੰਦੀ ਕਰ ਦਿੱਤੀ, ਲੋਕ ਰੁਲ ਗਏ, ਲੋਕ ਮਰ ਗਏ, ਲੇਕਿਨ ਸਰਕਾਰ ਤੇ ਉਹਦਾ ਕੋਈ ਅਸਰ ਨਹੀਂ ਹੋਇਆ। ਫਿਰ ਸਰਕਾਰ ਨੇ ਵਾਅਦਾ ਕੀਤਾ ਸੀ ਵੀ 2 ਕਰੋੜ ਨੌਜਵਾਨਾਂ ਨੂੰ ਅਸੀਂ ਨੌਕਰੀ ਦੇਵਾਂਗੇ 1 ਸਾਲ ਦੇ ਵਿੱਚ, 5 ਸਾਲਾਂ ਦੇ 10 ਕਰੋੜ ਨੂੰ ਦੇਵਾਂਗੇ। ਤੇ ਦਿੱਤੀ ਜਿਹੜੀ ਉਹ 5 ਲੱਖ ਨੂੰ ਵੀ ਨਹੀਂ, 3 ਲੱਖ ਨੌਕਰੀ ਦਿੱਤੀ ਹੁਣ ਤੱਕ ਜੀ। ਉਹਦੇ ਵਿੱਚੋਂ ਵੀ 70 ਲੱਖ ਪੋਸਟਾਂ ਜਿਹੜੀਆਂ ਸਰਕਾਰ ਨੇ ਪਹਿਲਾਂ ਆਉਂਦਿਆਂ ਖਤਮ ਕੀਤੀਆਂ ਵੀ ਇਹਨਾਂ ਪੋਸਟਾਂ ਦੀ ਲੋੜ ਨਹੀਂ। ਹੁਣ ਗੱਲ ਕਰਦੇ ਆ ਇਮਰਾਨ ਖਾਨ ਦੀ। ਇਮਰਾਨ ਖਾਨ ਇਹ ਕਹਿ ਰਿਹਾ ਵੀ ਇੰਡੀਆ ਦੇ ਵਿੱਚ ਇਲੈਕਸ਼ਨ ਹੋ ਰਹੀਆਂ, ਇਲੈਕਸ਼ਨ ਤੋਂ ਪਹਿਲਾਂ ਜਿਹੜਾ ਵਾ ਮੋਦੀ ਜਿਹੜਾ ਵਾ ਉਹਦੀ ਸਰਕਾਰ ਜਿਹੜੀ ਹੈ ਕੋਈ ਵੀ ਇਹੋ ਜਿਹੀ ਸਿੰਪਥੀ ਲੈਣ ਵਾਸਤੇ ਕੰਮ ਕਰ ਸਕਦੀ ਜੀ। ਲੇਕਿਨ ਮੈਂ ਸੋਚਦਾ ਵੀ ਲੋਕ ਬਹੁਤ ਸਿਆਣੇ ਹੋ ਗਏ ਆ। ਬਾਲਾਕੋਟ ਦੇ ਉੱਤੇ ਇਹਨਾਂ ਕਹਿ ਦਿੱਤਾ ਜੀ ਵੇਖੋ ਅਸੀਂ 300 ਬੰਦਾ ਮਾਰੇ ਸੀ, 250 ਬੰਦਾ ਮਾਰੇ ਸੀ, 200 ਬੰਦਾ ਮਾਰੇ। ਜਿਹੜੇ ਸਾਡੇ ਸੈਨਾ ਮੁਖੀ ਸੀ ਉਹਨਾਂ ਕਿਹਾ ਸੀ ਅਸੀਂ ਟਾਰਗੇਟ ਕਿਲ ਕਰਦੇ ਹਾਂ, ਲਾਸ਼ਾਂ ਕੱਢਣਾ ਸਾਡਾ ਕੰਮ। ਇਹਦਾ ਮਤਲਬ ਵੀ ਉਹਨਾਂ ਨੂੰ ਵੀ ਸ਼ੰਕਾ ਵੀ ਉੱਥੇ ਹੋਇਆ ਕੁਛ ਨਹੀਂ ਜੀ। ਪਾਕਿਸਤਾਨ ਨੇ ਕਹਿ ਦਿੱਤਾ ਵੀ ਉੱਥੇ ਕੁਛ ਨਹੀਂ ਹੋਇਆ। BBC ਲੰਡਨ ਨੇ ਕਹਿ ਦਿੱਤਾ ਵੀ ਉੱਥੇ ਕੁਛ ਨਹੀਂ ਹੋਇਆ, ਇੱਕ ਬੰਦਾ ਫੱਟੜ ਹੋਇਆ ਵਾ, ਇੱਕ ਬੰਦਾ ਜਿਹੜਾ ਸੀ ਕੁਛ ਕਿਸੇ ਘੱਟ ਠਾ ਵਾ, ਹੋਰ ਕੁਛ ਹੋਇਆ ਨਹੀਂ ਹੈ। ਜੇ ਇਹ ਗੱਲ ਉੱਥੇ ਹੋਈ ਆ ਤੇ ਅਸੀਂ ਕਈ ਜਣੇ ਇੰਨੇ ਬੰਦੇ ਮਾਰਤੇ ਸੀ, ਸਬਕ ਸਿਖਾਤਾ ਸੀ, ਜੇ ਕਰਤਾ ਸੀ ਉਹ ਕਰਤਾ। ਜੇ ਇਲੈਕਸ਼ਨ ਆਉਣ ਤੇ ਤੁਸੀਂ ਇਹੋ ਜਿਹੇ ਕੰਮ ਕਰਦੇ ਹੋ, ਇਹੋ ਜਿਹੇ ਤਣਾਅ ਪੈਦਾ ਕਰਦੇ ਹੋ ਦੋਵਾਂ ਦੇਸ਼ਾਂ ਦੇ ਵਿੱਚ, ਮੈਂ ਸੋਚਦਾ ਵੀ ਤੁਸੀਂ ਲੋਕਾਂ ਦੇ ਦੋਸਤ ਨਹੀਂ ਦੁਸ਼ਮਣ ਜੀ। ਇਸ ਕਰਕੇ ਇਮਰਾਨ ਖਾਨ ਦੀ ਜਿਹੜੀ ਚਿੰਤਾ ਉਹ ਬਿਲਕੁਲ ਦਰੁਸਤ ਆ ਵੀ ਮੋਦੀ ਸਾਹਿਬ ਉਸ ਤੋਂ ਪਹਿਲਾਂ ਕੁਝ ਹੋਰ ਵੀ ਕਰ ਸਕਦੇ ਆ। ਲੇਕਿਨ ਮੈਂ ਸੋਚਦਾ ਵੀ ਇਸ ਵੇਲੇ ਜਿਹੜਾ ਵਾ ਮੋਦੀ ਸਾਹਿਬ ਦੀ ਹੁਣ ਨਹੀਂ ਚੱਲ ਜਾਏਗੀ। ਇਲੈਕਸ਼ਨ ਕਮਿਸ਼ਨ ਆ ਗਿਆ ਵਾ, ਸਰਕਾਰਾਂ ਜਿਹੜੀਆਂ ਵਾ ਜਿਹੜੇ ਸਾਡੇ ਮੁਖੀ ਨੇ, ਸੈਨਾ ਦੇ ਮੁਖੀ ਨੇ, ਉਹ ਵੀ ਇਹੋ ਜਿਹੀ ਕੋਈ ਘਟਨਾ ਨੂੰ ਅੰਜਾਮ ਦੇ ਕੇ ਜਿਹੜਾ ਵਾ ਕੋਈ ਹੋਰ ਕਰਤਨ ਪੈਦਾ ਨਹੀਂ ਕਰਨਗੇ, ਕਿਉਂਕਿ ਸਾਡਾ ਦੋਵਾਂ ਦੇਸ਼ਾਂ ਦਾ ਪਹਿਲਾਂ ਹੀ ਬੜਾ ਵੱਡਾ ਨੁਕਸਾਨ ਹੋ ਚੁੱਕਾ ਜੀ। ਤੇ ਉਹਨਾਂ ਦੀ ਜਿਹੜੀ ਚਿੰਤਾ ਵਾ ਉਹ ਬਿਲਕੁਲ ਦਰੁਸਤ ਆ ਵੀ ਮੋਦੀ ਸਾਹਿਬ ਕੋਸ਼ਿਸ਼ ਕਰਨਗੇ ਵੀ ਇਹੋ ਜਿਹਾ ਇੱਕ ਹੋਰ ਅਟੈਕ ਕਰਕੇ ਲੋਕਾਂ ਦੀ ਸਿੰਪਥੀ ਲਈ ਜਾਵੇ ਜੀ। ਭੱਟੀ ਸਾਹਿਬ, ਇਸ ਦੇ ਨਾਲ ਕਿਸਾਨ ਬੜੇ ਦਿਨਾਂ ਤੋਂ ਧਰਨਾ ਦੇ ਰਹੇ ਸੀਗੇ ਧੂਰੀ ਦੇ ਵਿੱਚ। ਖੰਡ ਮਿੱਲਾਂ ਜਿਹੜੀਆਂ ਨੇ ਕਿਸਾਨਾਂ ਦਾ ਪੈਸਾ ਜਿਹੜਾ ਆ ਉਹਨਾਂ ਨੂੰ ਦੇ ਨਹੀਂ ਰਹੀਆਂ। ਸੋ ਇਸ ਨੂੰ ਜੇਕਰ ਧਿਆਨ ਦੇ ਵਿੱਚ ਰੱਖਿਆ ਜਾਵੇ ਤਾਂ ਕਈ ਧਰਨੇ ਪਹਿਲਾਂ ਵੀ ਲੱਗੇ ਆ, ਇਹ ਧਰਨਾ ਲੱਗਿਆ, ਹੁਣ ਫਿਰ ਇਹ ਕਿਹਾ ਜਾ ਰਿਹਾ ਵਾ ਕਿ ਖੰਡ ਮਿੱਲਾਂ ਜਿਹੜੀਆਂ ਆ ਉਹ ਬੈਂਕਾਂ ਤੋਂ ਕਰਜ਼ਾ ਲੈ ਕੇ ਪੈਸਾ ਜਿਹੜਾ ਉਹ ਦੇਣਗੀਆਂ। ਕੀ ਵਾਕਿਆ ਹੀ ਇਸ ਵਾਰ ਪੈਸਾ ਦਿੱਤਾ ਜਾਏਗਾ ਤੁਹਾਨੂੰ ਲੱਗਦਾ ਹੈ, ਕਿਉਂਕਿ ਕਿਸਾਨ ਬੜੇ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਆਪਣਾ ਪੈਸਾ ਲੈਣ ਲਈ?
ਜਿਹੜਾ ਗੰਨਾ ਹੈ ਜੀ ਜੀ ਕਿਸਾਨ ਦੀ ਇੱਕ ਮੁਨਾਫੇ ਵਾਲੀ ਜਿਹੜੀ ਫਸਲ ਉਹ ਗੰਨਾ ਹੀ ਸਿਰਫ ਰਹਿ ਗਈ ਜੀ। ਕਿਸਾਨ ਦੇ ਉੱਤੇ ਕਿਸੇ ਵੇਲੇ ਜਿਹੜੀ ਰਾਣਾ ਸ਼ੂਗਰ ਮਿਲ ਸੀ ਬਾਬਾ ਕਾਲਾ ਜਿਹੜੀ ਲੱਗੀ ਆ ਜੀ, ਤੇ ਉਸ ਟਾਈਮ ਤੇ ਉੱਥੇ ਇਹ ਹੁੰਦਾ ਸੀ ਵੀ ਜਿਹੜੀ ਬੰਦਾ ਜਾਵੇ ਉਹਦਾ ਗੰਨਾ ਜਿਹੜਾ ਸੀ ਟਰਾਲੀ ਲੈਣ ਡਿਆ ਹੁੰਦਾ ਸੀ, ਜੋਖਿਆ ਜਾਂਦਾ ਸੀਗਾ ਤੇ ਨਾਲ ਹੀ ਉਹਨੂੰ ਅਦਾਇਗੀ ਕਰ ਦਿੱਤੀ ਜਾਂਦੀ ਸੀ ਜੀ। ਕੋਈ ਸਮਾਂ ਜੀ ਸਰਕਾਰੀ ਮਿਲ ਜਿਹੜੀ ਸਾਡੀ ਅੱਜ ਨਾਲਾ ਭਲਾ ਪਿੰਡ ਵਾਲੀ ਇਹਦਾ ਵੀ ਇਹੋ ਹਾਲ ਸੀਗਾ। ਸਹੀ ਸੀ ਸਰਕਾਰਾਂ ਦੀਆਂ ਬੇਈਮਾਨੀਆਂ ਵੱਧਦੀਆਂ ਗਈਆਂ ਤੇ ਮਿਲਾਂ ਬੰਦ ਹੁੰਦੀਆਂ ਗਈਆਂ, ਮਿਲਾਂ ਦੀ ਹਾਲਤ ਮਾੜੀ ਹੁੰਦੀ ਗਈ ਜੀ। ਜਿਹੜੀਆਂ ਸਰਕਾਰੀ ਮਿਲਾਂ ਉਹ ਲਗਭਗ ਬੰਦ ਹੀ ਹੋ ਗਈਆਂ ਨੇ। ਹੁਣ ਪ੍ਰਾਈਵੇਟ ਮਿਲਾਂ ਵਾਲੇ ਉਹ ਮੁਨਾਫਾ ਵੀ ਕਮਾਉਂਦੇ ਆ, ਮੁਨਾਫਾ ਕਮਾਉਣ ਤੋਂ ਬਾਅਦ ਜਿਹੜੇ ਗੰਨੇ ਜਿਹੜੇ ਪੈਸੇ ਖੰਡ ਮਿਲਾਂ ਨੇ ਕਿਸਾਨਾਂ ਦੇਣੇ ਹੁੰਦੇ ਆ ਉਹ ਸਾਲ-ਸਾਲ 2-2 ਸਾਲ ਦਿੰਦੇ ਨੇ ਜੀ, ਤੇ ਉਹਦਾ ਇੰਟਰਸਟ ਖਾਂਦੇ ਆ। ਜਿਹੜਾ ਇੰਟਰਸਟ ਹੀ ਕਰੋਨਾ ਪੈਂਦਾ ਆ ਜਾਣਾ ਉਹੀ ਮੁੜ ਕੇ ਕਿਸਾਨਾਂ ਨੂੰ ਅਦਾਇਗੀ ਕਰ ਦਿੰਦੇ ਆ। ਇਸ ਕਰਕੇ ਕਿਸਾਨਾਂ ਨੇ ਧਰਨਾ ਲਾਇਆ ਸੀ ਧੂਰੀ ਦੇ ਵਿੱਚ ਤੇ ਉਹਨਾਂ ਨੇ ਕਹਿਤਾ, ਅਸੀਂ ਧੂਰੀ ਮਿਲ ਨੇ ਕਹਿਤਾ ਵੀ ਅਸੀਂ 35 ਲੱਖ ਰੁਪਇਆ ਡੇਲੀ ਅਦਾਇਗੀ ਕਰਾਂਗੇ ਇਹਨਾਂ ਨੂੰ ਜੀ, ਅਸੀਂ ਬੈਂਕ ਤੋਂ ਕਰਜ਼ਾ ਲਵਾਂਗੇ ਜੀ, ਤੁਸੀਂ ਬੈਂਕ ਕੋਲੋਂ ਕਰਜ਼ਾ ਲਓ, ਤੁਸੀਂ ਚੋਰੀ ਕਰੋ, ਤੁਸੀਂ ਮੁਸ਼ਾਹਦੀ ਕਰੋ, ਜੋ ਮਰਜ਼ੀ ਕਰੋ ਜੀ, ਕਿਸਾਨਾਂ ਦਾ ਪੈਸਾ ਕਿਸਾਨਾਂ ਨੂੰ ਮਿਲਣਾ ਚਾਹੀਦਾ। ਔਰ ਮੈਂ ਸੋਚਦਾ ਵੀ ਇਹ ਕਿਸਾਨਾਂ ਦੀ ਜਿੱਤ ਆ ਤੇ ਕਿਸਾਨਾਂ ਨੂੰ ਪੈਸੇ ਜਿਹੜੇ ਆ ਜਦੋਂ ਫਸਲ ਉਹਨਾਂ ਦੀ ਮੰਡੀ 'ਚ ਆਉਂਦੀ ਆ ਜੀ ਉਸੇ ਵੇਲੇ ਅਦਾਇਗੀ ਹੋਣੀ ਚਾਹੀਦੀ ਜਿਵੇਂ ਸਰਕਾਰ ਕਰਦੀ ਆ। ਕੈਪਟਨ ਸਰਕਾਰ ਦੇ ਉੱਤੇ ਹਮੇਸ਼ਾ ਹੀ ਉਹਨੇ ਕਦੀ ਫਸਲ ਕਿਸਾਨ ਦੀ ਰੋਲ ਨਹੀਂ ਦਿੱਤੀ। ਜਦੋਂ ਵੀ ਕਿਸਾਨ ਦੀ ਫਸਲ ਮੰਡੀ 'ਚ ਆਈ ਆ ਉਹਦੀ ਤੋਤਲਾਈ ਹੋ ਗਈ ਤੇ ਨਾਲ ਹੀ ਉਹਦੀ ਅਦਾਇਗੀ ਕਰ ਦਿੱਤੀ ਜਾਂਦੀ ਆ ਵੀ ਲਓ ਜੀ ਪੈਸੇ ਲੈ ਜਾਓ ਤੁਸੀਂ ਆਪਣੇ। ਜਦੋਂ ਵੀ ਅਕਾਲੀ ਸਰਕਾਰ ਆਈ ਆ ਤੇ ਉਹ ਲੋਕ ਕਿਸਾਨ ਨੂੰ ਜਿਹੜੇ ਖਰਾਬ ਹੁੰਦੇ ਰਹੇ ਨੇ ਉਹ ਕੀ ਕਰਦੇ ਸੀ ਵੀ ਸਸਤੇ ਭਾਅ ਦੇ ਉੱਤੇ ਜਿਹੜੇ ਸੀ ਮੰਤਰੀਆਂ ਦੇ ਆਪਣੇ ਆੜ੍ਹਤੀਆਂ ਖਰੀਦ ਲੈਂਦੇ ਸੀ ਫਸਲ ਲੈ ਕੇ ਤੇ ਮੁੜ ਕੇ ਸਰਕਾਰ ਨੂੰ ਮਹਿੰਗੇ ਭਾਅ 'ਤੇ ਵੇਚਦੇ ਸੀ, ਉਹ ਪ੍ਰੋਫਿਟ ਕਮਾਉਂਦੇ ਸੀਗੇ। ਇਸ ਕਰਕੇ ਮੈਂ ਸੋਚਦਾ ਵੀ ਜੇ ਇਹ ਗੱਲ ਕੀਤੀ ਹੈ ਵੀ ਤੁਸੀਂ ਜਿਹੜੀ ਤੁਹਾਨੂੰ ਅਦਾਇਗੀ ਅਸੀਂ 35 ਲੱਖ ਡੇਲੀ ਕਰਾਂਗੇ ਤੇ ਗੰਨੇ ਦੀ ਅਦਾਇਗੀ ਕੀਤੀ ਜਾਣੀ, ਲੇਕਿਨ ਗੰਨੇ ਦੀ ਅਦਾਇਗੀ ਇਹ ਯਕੀਨੀ ਬਣਾਈ ਜਾਣੀ ਚਾਹੀਦੀ ਆ ਜਦੋਂ ਉਹਦਾ ਗੰਨਾ ਉੱਥੇ ਉਤਰ ਜਾਂਦਾ ਉਸੇ ਵੇਲੇ ਹੀ ਉਹਨੂੰ ਅਦਾਇਗੀ ਕੀਤੀ ਜਾਵੇ ਕਿਸਾਨ ਨੂੰ, ਤੇ ਫਿਰ ਕਿਸਾਨ ਬਚਦਾ ਵਾ ਮਾੜਾ ਮੋਟਾ। ਇੱਕੋ ਹੀ ਫਸਲ ਹੈਗੀ ਹੈ ਜਿਹੜੀ ਥੋੜਾ ਬੜਾ ਪ੍ਰੋਫਿਟ ਦੇ ਸਕਦੀ, ਉਹ ਗੰਨਾ ਵਾ, ਬਾਕੀ ਕਿਤੇ ਫਸਲ ਬਹੁਤਾ ਪ੍ਰੋਫਿਟ ਨਹੀਂ ਰਿਹਾ ਜੀ ਜੀ। ਭੱਟੀ ਸਾਹਿਬ ਪਾਕਿਸਤਾਨ ਦੀ ਗੱਲ ਫਿਰ ਇੱਕ ਵਾਰ ਦੁਬਾਰਾ ਕਰ ਲਵਾਂ। ਉੱਥੇ 2 ਹਿੰਦੂ ਲੜਕੀਆਂ ਜਿਨ੍ਹਾਂ ਨੂੰ ਅਗਵਾ ਕਰ ਲਿਆ ਗਿਆ ਸੀਗਾ, ਉਹਨਾਂ ਨੂੰ ਹੁਣ ਸੁਰੱਖਿਆ ਦੇਣ ਦੀ ਗੱਲ ਜਿਹੜੀ ਆ ਉਹ ਆ ਰਹੀ ਆ ਕਿ ਉਹਨਾਂ ਨੂੰ ਸੁਰੱਖਿਆ ਉੱਥੋਂ ਦੀ ਸਰਕਾਰ ਵੱਲੋਂ ਦਿੱਤੀ ਜਾ ਰਹੀ ਆ। ਉਹਨਾਂ ਨਾਲ ਜਬਰੀ ਜਿਹੜਾ ਆ ਉਹ ਨਿਕਾਹ ਵੀ ਹੋਇਆ ਆ, ਧਰਮ ਦੀ ਤਬਦੀਲੀ ਦੀ ਗੱਲ ਜਿਹੜੀ ਸਾਹਮਣੇ ਆਈ ਆ। ਬਾਰ-ਬਾਰ ਅਸੀਂ ਗੱਲ ਪਹਿਲਾਂ ਵੀ ਕੀਤੀ ਸੀ ਕਿ ਪਿਛਲੇ ਪ੍ਰੋਗਰਾਮ ਦੇ ਵਿੱਚ ਵੀ, ਤੇ ਹੁਣ ਵੀ ਦੁਬਾਰਾ ਇਹ ਕਰ ਰਹੇ ਆ, ਉਹਨਾਂ ਨੂੰ ਸੁਰੱਖਿਆ ਦੇਣ ਦੀ ਗੱਲ ਕੀਤੀ ਜਾ ਰਹੀ ਆ। ਕਿ ਇੰਨਾ ਜ਼ਿਆਦਾ ਖਤਰਾ ਜਿਹੜਾ ਉੱਥੇ ਹੈਗਾ ਦੁਬਾਰਾ ਫਿਰ ਕੋਈ ਅਟੈਕ ਹੋਣ ਦਾ ਜਾਂ ਕੁਛ ਇਸ ਤਰ੍ਹਾਂ ਦਾ? ਜਿਹੜਾ ਪਾਕਿਸਤਾਨ ਕੰਟਰੀ ਆ ਜੀ ਉਹ ਧਰਮ ਬੇਸ ਕੰਟਰੀ ਬਣਿਆ ਸੀ ਜੀ, ਇਸਲਾਮ ਕੰਟਰੀ ਬਣਿਆ ਸੀਗਾ। ਜਿਹੜਾ ਪੰਜਾਬ ਸੀ ਪਾਕਿਸਤਾਨ ਦਾ ਪੰਜਾਬ ਤੇ ਇੰਡੀਆ ਦਾ ਪੰਜਾਬ ਜਿਹੜੇ ਇਹ ਦੋਵੇਂ ਖਾਲੀ ਹੋਏ ਸੀ, ਬਾਕੀ ਦੋਵਾਂ ਥਾਵਾਂ ਤੇ ਲੋਕ ਐਜਟਿਸ ਬੈਠੇ ਰਹੇ ਸੀਗੇ। ਇਹੀ ਹਾਲ ਪਾਕਿਸਤਾਨ ਦੇ ਸੀ। ਪਾਕਿਸਤਾਨ ਦੀ ਆਬਾਦੀ ਜਿਹੜੀ ਮਾਈਨੋਰਟੀ ਦੀ ਸੀ ਜਿਸ 'ਚ ਹਿੰਦੂ ਵੀ ਸੀ, ਸਿੱਖ ਵੀ ਸੀ, ਈਸਾਈ ਵੀ ਸੀਗੇ, ਉਹ 23% ਸੀ 1947 ਦੀ ਵੰਡ ਤੋਂ ਬਾਅਦ। ਅੱਜ ਉਹ 3-4% ਰਹਿ ਚੁੱਕੇ ਨੇ, ਬਾਕੀ ਕੋਈ ਛੱਡ ਕੇ ਬਾਹਰ ਚਲੇ ਗਏ, ਕੋਈ ਵਿਦੇਸ਼ ਚਲੇ ਗਏ, ਕੋਈ ਇੰਡੀਆ ਆ ਗਏ, ਜਿੱਥੇ ਜਿੱਥੇ ਕਿਸੇ ਜਗ੍ਹਾ ਮਿਲੀ ਚਲੇ ਗਏ ਜੀ, ਕਿਉਂਕਿ ਉੱਥੇ ਜਿਹੜੀਆਂ ਲੜਕੀਆਂ ਨਾਲ ਜਿਹੜੀ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਨੀਆਂ ਉਹ ਮਾੜੀ ਗੱਲ ਆ। ਲੇਕਿਨ ਇਮਰਾਨ ਖਾਨ ਨੇ ਜਿਹੜਾ ਸੀ ਜਦੋਂ ਉਹਦੇ ਕੋਲ ਇਨਫੋਰਮੇਸ਼ਨ ਪੁੱਜੀ ਵੀ ਇੱਕ 13 ਸਾਲ ਦੀ ਤੇ ਇੱਕ 15 ਸਾਲ ਦੀ ਕੁੜੀ ਜਿਹੜੀ ਹਿੰਦੂਆਂ ਦੀ ਅਗਵਾ ਕਰਕੇ ਤੇ ਉਹਦੇ ਨਾਲ ਸ਼ਾਦੀਆਂ ਕੀਤੀਆਂ ਗਈਆਂ ਉਹਨਾਂ ਦੀਆਂ, ਉਹਨਾਂ ਧਰਮ ਤਬਦੀਲ ਕੀਤਾ ਗਿਆ, ਤਾਂ ਉਹਨਾਂ ਇਮੀਡੀਏਟਲੀ ਐਕਸ਼ਨ ਲਿਆ। ਉਹਨਾਂ ਨੇ ਹਿਊਮਨ ਰਾਈਟਸ ਨੂੰ ਕਿਹਾ, ਮਾਈਨੋਰਟੀ ਕਮਿਸ਼ਨ ਨੂੰ ਕਿਹਾ, ਇਸਟੈਬਲਿਸ਼ਮੈਂਟ ਨੂੰ ਕਿਹਾ ਵੀ ਤੁਸੀਂ ਕਾਰਵਾਈ ਕਰੋ। ਉਹਦੇ ਵਿੱਚ ਮੌਲਵੀ ਸਮੇਤ ਹੁਣ ਤੱਕ ਮੇਰੇ ਖਿਆਲ ਕੋਈ ਦਰਜਨ ਦੇ ਕਰੀਬ ਜਿਹੜੇ ਲੋਕ ਗ੍ਰਿਫਤਾਰ ਹੋ ਚੁੱਕੇ ਨੇ। ਤੇ ਨਾਲ ਇਹ ਕਹਿਤਾ ਵੀ ਇਹਨਾਂ ਕੁੜੀਆਂ ਦੀ ਸੁਰੱਖਿਆ ਵਾਸਤੇ ਇਹਨਾਂ ਨੂੰ ਸਿਕਿਉਰਿਟੀ ਪ੍ਰੋਵਾਈਡ ਕੀਤੀ ਜਾਵੇ, ਤੇ ਇਹ ਚੰਗੀ ਗੱਲ ਆ। ਤੇ ਮੈਂ ਸੋਚਦਾ ਵੀ ਇਹਨਾਂ ਨੂੰ ਸਖਤ ਸਜ਼ਾਵਾਂ ਮਿਲਣੀ ਚਾਹੀਦੀ ਇਹੋ ਜਿਹੇ ਬੰਦਿਆਂ ਨੂੰ ਜਿਹੜੇ ਇਹੋ ਜਿਹੇ ਅਸਾਵਾਂਪਨ ਸਮਾਜ 'ਚ ਪੈਦਾ ਕਰਦੇ ਆ ਜੀ। ਤੇ ਜੇ ਇਮਰਾਨ ਖਾਨ ਇਹ ਕਾਮਯਾਬ ਹੋ ਜਾਂਦੇ ਕਰਨ ਦੇ ਵਿੱਚ ਤੇ ਮੈਂ ਸੋਚਦਾ ਵੀ ਮਾਈਨੋਰਟੀ ਉੱਥੇ ਮਹਿਸੂਸ ਕਰਨਗੀਆਂ ਵੀ ਅਸੀਂ ਇਹ ਵਾਕਿਆ ਉੱਥੇ ਸੁਰੱਖਿਅਤ ਹੈਗੇ ਆ ਜੀ। ਜਿਹੜਾ ਅਗਵਾ ਕਰਕੇ ਵਿਆਹ ਕਰਾਉਣਾ ਇਹਦੇ ਖਿਲਾਫ ਇਹ ਪਿਛਲੀ ਜਿਹੜੀ ਸਰਕਾਰ ਸੀ ਇਹਨਾਂ ਦੀ ਨਵਾਜ਼ ਸ਼ਰੀਫ ਦੀ ਜੀ, ਉਸ ਟਾਈਮ ਤੇ ਉੱਥੇ ਸਿੰਧ ਦੇ ਵਿੱਚ ਉਹਨਾਂ ਨੇ ਇੱਕ ਕਾਨੂੰਨ ਪਾਸ ਕਰਨ ਦੀ ਕੋਸ਼ਿਸ਼ ਕੀਤੀ ਸੀ ਜੀ। ਜਿਹੜਾ ਤਤਕਾਲੀ ਗਵਰਨਰ ਸੀ ਉਹ ਅੜ ਗਿਆ ਸੀ ਵੀ ਨਹੀਂ ਇਹਦੇ ਨਾਲ ਜਿਹੜੀ ਮੁਸਲਮਾਨਾਂ ਦੀ ਧੱਕੇਸ਼ਾਹੀ ਹੋਏਗੀ। ਲੇਕਿਨ ਇਮਰਾਨ ਖਾਨ ਨੇ ਹੁਣ ਇਹਨੇ ਰਿਜ਼ਰਵੇਸ਼ਨ ਦੇ ਜਿਹੜੇ ਮੈਜੋਰਟੀ ਦੇ ਉੱਥੇ MNA ਆ ਜੀ, ਮੈਂਬਰ ਆਫ ਨੈਸ਼ਨਲ ਅਸੈਂਬਲੀ, ਉਹਨਾਂ ਨੇ ਕਿਹਾ ਵੀ ਅਗਲੇ ਜਿਹੜਾ ਇਜਲਾਸ ਉਹਦੇ ਵਿੱਚ ਅਸੀਂ ਇਹ ਮੁੱਦਾ ਲੈ ਕੇ ਆਵਾਂਗੇ ਤੇ ਇਮਰਾਨ ਸਰਕਾਰ ਨੂੰ ਇਹ ਪਾਸ ਕੀਤਾ ਜਾਵੇ ਤਾਂ ਕਿ ਇਹੋ ਜਿਹੇ ਬੰਦਿਆਂ ਨੂੰ ਸਖਤ ਤੋਂ ਸਖਤ ਸਜ਼ਾਵਾਂ ਦਿੱਤੀਆਂ ਜਾਣ ਜੀ। ਜਿਹੜੀ 13 ਸਾਲ ਦੀ ਲੜਕੀ ਉਹ ਤਾਂ ਵਿਚਾਰੀ ਅਜੇ ਇਮੈਚੁਰ, ਉਹ ਤੇ ਬੱਚੀ ਹੈ, ਅਜੇ ਉਹ ਤੇ ਔਰਤ ਬਣੀ ਨਹੀਂ, ਉਹਦੇ ਨਾਲ ਸ਼ਾਦੀ ਤੁਸੀਂ ਕੀ ਕਰੋਗੇ? ਇਹ ਵੀ ਇੱਕ ਧੱਕਾ ਵਾ। ਇਸ ਕਰਕੇ ਮੈਂ ਮਹਿਸੂਸ ਕਰਦਾ ਵੀ
जे इमरान खान ने एक्शन लिया, उन्होंने बच्चे की सिक्योरिटी की गल की, तो एक अच्छा कदम आ, ये समाज सुधार पासे गल जाऊगी, तो होना भी जरूरी है। जी जी भट्टी साहब, गल की जाए इलैक्शन की जी हुण आम चोणां होणीਆਂ ने, तो ਵੱਖ-ਵੱਖ पार्टियां दे विच कशमकश जी आ जारी आ। गल करां श्रोमणी अकाली दल बादल के प्रधान सुखबीर सिंह बादल होरां दी, तां अजे उन्होंने चाहे अपनी गल नहीं दसी कि वो कित्थों चोण लड़नगे ਜਾਂ नहीं भी लड़नगे, ना हरसिमरत बारे खुल के बोल रहे, पर यह चर्चा चल रही आ कि उन्होंने चुप चपीते अपने जोड़े कैंडीडेट ਵੱਖ-ਵੱਖ जगह तो 8-9 ਥਾਵਾਂ तो जोड़े करने आ, उन्होंने ਕੰਨ 'ਚ फूक मार दी है कि अंदर खाते अपना काम शुरू कर लो। पर हालातों को देखदे होया तुहानूं बदलिया भी जा सकता, क्योंकि पिछली बार जे याद होवे ਤਾਂ कांग्रेस ने पहला देखा सी कि किहड़ी सीट तो भाजपा ते अकाली दल किहड़ा उम्मीदवार लैके आउंदा। ਅੰਮ੍ਰਿਤਸਰ ਤੋਂ ਜਦੋਂ ਅਰੁਣ ਜੇਤਲੀ ਨੂੰ ਲਿਆਂਦਾ ਸੀ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਉਹਨਾਂ ਦੇ ਵਿਰੁੱਧ ਖਿਲਾਰਿਆ ਗਿਆ ਸੀਗਾ ਤੇ ਬਹੁਤ ਬੁਰੀ ਤਰ੍ਹਾਂ ਹਾਰੇ ਸੀ ਅਰੁਣ ਜੇਤਲੀ। ਸੋ ਇਸ ਵਾਰ ਦੋਵੇਂ ਪਾਰਟੀਆਂ ਇੱਕ ਦੂਜੇ ਦੀ ਉਡੀਕ ਦੇ ਵਿੱਚ ਆ ਕਿ ਪਹਿਲਾਂ ਉਹ ਉਮੀਦਵਾਰ ਐਲਾਨਣ ਤੇ ਫਿਰ ਅਸੀਂ ਐਲਾਨਾਂਗੇ, ਪਹਿਲਾਂ ਉਹ ਐਲਾਨਣ ਤੇ ਫਿਰ ਅਸੀਂ ਐਲਾਨਾਂਗੇ। ਇਹ ਤੁਹਾਡੀ ਗੱਲ ਗਿੱਲ ਸਾਹਿਬ ਬਿਲਕੁਲ ਠੀਕ ਹੈ ਵੀ ਇਸ ਵੇਲੇ ਜਿਹੜਾ ਨਾ ਦੋਵੇਂ ਪਾਰਟੀਆਂ ਅਕਾਲੀ ਭਾਜਪਾ ਦੇ ਨਾਲ ਕਾਂਗਰਸ ਜਿਹੜੀ ਉਡੀਕ ਰਹੀਆਂ ਵੀ ਪਹਿਲਾਂ ਕਹਿੰਦੇ ਉਹ ਉਮੀਦਵਾਰ ਐਲਾਨ ਕਰੇ, ਉਹਨੇ ਪਹਿਲਾਂ ਉਹ ਉਮੀਦਵਾਰ ਐਲਾਨ ਜੀ, ਕਿਉਂਕਿ ਜਦੋਂ ਵੀ ਉਮੀਦਵਾਰ ਇੱਕ ਧਿਰ ਐਲਾਨ ਦਿੰਦੀ ਉਹ ਮੁੜ ਕੇ ਉਸ ਹਿਸਾਬ ਨਾਲ ਦੂਸਰਾ ਜਿਹੜੀ ਪਾਰਟੀ ਉਹ ਉਮੀਦਵਾਰ ਦਿੰਦੀ ਹੈ ਜੀ। ਜਿਵੇਂ ਪਿਛਲੀ ਵਾਰੀ ਤੁਸੀਂ ਵੇਖੋ ਨਾ, ਇਹਨਾਂ ਪਹਿਲਾਂ ਐਲਾਨ ਕਰਤਾ ਸੀ ਅਰੁਣ ਜੇਤਲੀ ਦਾ, ਅਰੁਣ ਜੇਤਲੀ ਨੂੰ ਅੰਮ੍ਰਿਤਸਰ ਤੋਂ ਐਲਾਨ ਕੀਤਾ ਗਿਆ ਮਜੀਠੀਆ ਜੀ, ਸੁਖਬੀਰ ਬਾਦਲ ਦੇ ਵੱਡਾ ਬਾਦਲ ਇੰਨੀ ਗੱਲ ਉਹਦੇ ਘਰ ਬਹਿ ਕੇ ਕਹਿ ਕੇ ਆਏ ਦਿੱਲੀ ਦੇ ਵਿੱਚ ਵੀ ਜਨਾਬ ਤੁਸੀਂ ਅੰਮ੍ਰਿਤਸਰ ਆ ਜਾਓ, ਤੁਸੀਂ ਕਾਗਜ਼ ਭਰਨੇ ਆ, ਜਿੱਤ ਦਾ ਸਰਟੀਫਿਕੇਟ ਤੁਹਾਡੇ ਘਰ ਪਹੁੰਚੂਗਾ। ਲੇਕਿਨ ਇੰਨਾ ਹੰਕਾਰ ਸੀ ਤੋਂ ਇੰਨਾ ਹੰਕਾਰ ਟੁੱਟਿਆ ਵੀ ਕੈਪਟਨ ਅਮਰਿੰਦਰ ਸਿੰਘ ਜਦੋਂ ਡਿਕਲੇਅਰ ਕੀਤੇ ਗਏ, ਉਹਨਾਂ ਨੇ 1,04,000 ਵੋਟ ਨਾਲ ਉਸ ਮਹਾਰਥੀ ਨੂੰ ਹਰਾਇਆ ਅੰਮ੍ਰਿਤਸਰ ਤੋਂ। ਅਜੇ ਸਰਕਾਰ ਅਕਾਲੀ ਦਲ ਦੀ ਸੀ, ਬੀਜੇਪੀ ਨਾਲ ਸੀ ਉਹਨਾਂ ਦੇ, ਇੰਨਾ ਦਬਾਅ ਹੋਣ ਦੇ ਬਾਵਜੂਦ ਹੀ ਇੰਨੀ ਵੱਡੀ ਲੀਡ ਨਾਲ ਉਹ ਹਰੇ ਜੀ। ਇਸ ਕਰਕੇ ਇਸ ਵੇਲੇ ਜਿਹੜਾ ਅਕਾਲੀ ਦਲ ਆ ਜਿਹਦੀ 2017 ਦੇ ਵਿੱਚ ਜਿਹੜੀ ਸੀ ਹਾਲਤ ਕਾਫੀ ਪਤਲੀ ਹੋ ਚੁੱਕੀ ਸੀ ਜੀ, ਉਹ ਸਹੀ ਹੁਣ ਜ਼ੋਰ ਫੜਦਾ ਜਾ ਰਿਹਾ, ਉਹਦੀ ਹਾਲਤ ਅੱਗੇ ਨਾਲੋਂ ਚੰਗੀ ਹੈ ਜੀ। ਅੱਜ ਵੀ ਜੇ ਕਹਿ ਲਈਏ ਵੀ ਪੰਜਾਬ ਦੇ ਵਿੱਚ ਜਿਹੜੀ ਟੱਕਰ ਹੋਏਗੀ ਅਕਾਲੀ ਦਲ ਬਾਦਲ ਦੀ ਤੇ ਨਾਲ ਕਾਂਗਰਸ ਦੀ ਹੋਏਗੀ, ਅਕਾਲੀ ਦਲ ਭਾਜਪਾ ਗੱਠਜੋੜ ਦੀ ਤੇ ਨਾਲ ਜਿਹੜਾ ਵਾ ਉਹ ਕਾਂਗਰਸ ਦੀ ਹੋਏਗੀ ਜੀ। ਬਾਕੀ ਪਾਰਟੀਆਂ ਜਿਹੜੀਆਂ ਉਹ ਇਸ ਤਰੀਕੇ ਦੇ ਖਿੰਡ-ਪੁੰਡ ਗਈਆਂ ਕਿ ਉਹਨਾਂ ਦਾ ਅਲਾਇੰਸ ਨਹੀਂ ਹੋ ਸਕਿਆ ਜੀ। ਜੇ ਅਲਾਇੰਸ ਹੋ ਜਾਂਦਾ ਤਾਂ ਸ਼ਾਇਦ ਉਹ ਦੂਸਰੇ ਨੰਬਰ ਤੇ ਆ ਜਾਂਦਾ। ਪਰ ਭੱਟੀ ਸਾਹਿਬ ਇਹਨਾਂ ਨੇ ਜਿਹੜਾ ਸੁਖਬੀਰ ਬਾਦਲ ਉਹਨਾਂ ਨੇ ਇਹ ਕੰਨ 'ਚ ਫੂਕ ਮਾਰਤੀ ਕਿ ਆਪਣਾ ਕੰਮ ਆਰੰਭ ਦਿਓ, ਪਰ ਤੁਹਾਡਾ ਮੌਕਾ ਵੇਖ ਕੇ ਹਲਕਾ ਚੇਂਜ ਵੀ ਹੋ ਸਕਦਾ। ਨਹੀਂ ਵੇਖੋ ਜੀ, ਪੰਜਾਬ ਜਿਹੜੇ ਅਕਾਲੀ ਵਰਕਰ ਹਨ ਉਹ ਆਪਣਾ ਕੰਮ ਕਰਦੇ ਹੀ ਰਹਿੰਦੇ ਆ ਜੀ। ਉਹਨਾਂ ਦੇ ਵਿੱਚ ਕਾਂਗਰਸ ਵਾਲੀ ਪਾਟੋ ਧਾੜ ਨਹੀਂ ਹੈਗੀ ਵੀ ਲੈ ਜੀ ਫਲਾਣੇ ਨੂੰ ਜੇ ਚੋਣ ਟਿਕਟ ਮਿਲ ਗਈ ਤੇ ਮੈਂ ਉਹਦਾ ਵਿਰੋਧ ਕਰੂੰ, ਇਹ ਚੀਜ਼ ਨਹੀਂ ਉੱਥੇ ਹੈਗੀ। ਉੱਥੇ ਅਕਾਲੀ ਦਲ 'ਚ ਵੀ ਜਿਹਨੂੰ ਟਿਕਟ ਮਿਲ ਗਈ ਜੀ, ਮੁੜ ਕੇ ਵਰਕਰਾਂ ਨੇ ਸਿੰਸੀਅਰਲੀ ਉਹਦੇ ਖਿਲਾਫ ਜੰਗ ਲੜਨੀ ਆ ਜੀ, ਉਹਦੀ ਮਦਦ ਕਰਨੀ, ਉਹਦੀ ਚੋਣ ਕੰਪੇਨ ਕਰਨੀ ਆ। ਕਾਂਗਰਸ ਦੇ ਵਿੱਚ ਆ ਵੀ ਆਪਣਿਆਂ ਤੋਂ ਬਚੋ, ਇਹਦੇ ਵਿੱਚ ਜੇ ਇੱਕ ਨੂੰ ਟਿਕਟ ਮਿਲ ਗਈ ਦੂਜੇ ਨੂੰ ਨਹੀਂ ਮਿਲੀ ਤਾਂ ਉਹਨੇ ਅੰਦਰ ਖਾਤੇ ਵਿਰੋਧ ਕਰਨਾ ਹੀ ਕਰਨਾ ਵਾ। ਇਸ ਕਰਕੇ ਉਹ ਮਹਿਸੂਸ ਕਰਦੇ ਆ ਅਕਾਲੀਆਂ ਦੀ ਕੋਈ ਗੱਲ ਨਹੀਂ, ਜੋ ਕਹਿ ਦੇਣਾ ਵੀ ਠੀਕ, ਨਾ ਕਹਿ ਦੇਣ ਤਾਂ ਵੀ ਠੀਕ ਆ। ਉੱਥੇ ਤੇ ਜਿਹੜਾ ਉਮੀਦਵਾਰ ਦੇ ਦਿੱਤਾ ਉਹ ਓਕੇ ਆ। ਇਸ ਵੇਲੇ ਸਿਚੁਏਸ਼ਨ ਇਹ ਬਣੀ ਪਈ ਆ, ਅਕਾਲੀ ਦਲ ਜਿਹੜਾ ਵਾ ਆਪਣੀ ਵੋਟ ਪਰਸੈਂਟੇਜ ਹੋਣੀ ਚਾਹੁੰਦਾ ਵਾ ਜੀ, ਕਿ ਮੇਰੀ ਵੋਟ ਪਰਸੈਂਟੇਜ ਵੱਧ ਜੇ, ਸੀਟ ਮਿਲੇ ਨਾ ਮਿਲੇ ਕੋਈ ਫਰਕ ਨਹੀਂ ਪੈਂਦਾ ਜੀ। ਤੇ ਅਕਾਲੀ ਆਗੂ ਵੀ ਮਹਿਸੂਸ ਕਰਦੇ ਆ ਕਿ ਐਤਕੀ ਜਿੱਤਿਆ ਤਾਂ ਜਾਣਾ ਨਹੀਂਗਾ ਜੀ, ਚਲੋ ਟਰਾਈ ਕਰਕੇ ਵੇਖ ਲੈਂਦੇ ਆ ਜੀ। ਜਿਹੜੇ ਵੱਡੇ ਲੀਡਰ ਨੇ ਉਹ ਕਹਿੰਦੇ ਜੀ ਆਹੋ ਜੀ ਮੈਨੂੰ ਚੋ ਰਹਿਣ ਦਿਓ, ਮੈਨੂੰ ਐਤਕੀ ਆਰਾਮ ਕਰਨ ਦਿਓ, ਫਲਾਣੀ ਟਿਕਟ ਦੇ ਦਿਓ, ਦੂਜੇ ਨੂੰ ਟਿਕਟ ਦੇ ਦਿਓ ਤੁਸੀਂ। ਦੂਜਾ ਇਹ ਮਹਿਸੂਸ ਕਰਦਾ ਵੀ ਜੇ ਐਤਕੀ ਟਿਕਟ ਮਿਲ ਗਈ ਮੈਂ ਹਾਰ ਜਾਊਂਗਾ ਤੇ ਮੁੜ ਕੇ ਅਗਲੀਆਂ ਚੋਣਾਂ ਜਿਹੜਾ ਫਿਰ ਦਾਅਵੇਦਾਰ ਬਣ ਜਾਊਗਾ, ਟਿਕਟ ਦਿੱਤੀ ਜਾਵੇ ਜੀ ਮੈਂ ਪਿਛਲੀ ਚੋਣ ਲੜੀ ਸੀਗੀ ਜੀ। ਇਸ ਕਰਕੇ ਅਕਾਲੀ ਦਲ ਦਾ ਤੇ ਕਾਂਗਰਸ ਦਾ ਇੰਨਾ ਕੁ ਫਰਕ ਆ ਕਿ ਇੱਥੇ ਇੱਕ ਬੌਸ ਦੇ ਹੁਕਮ ਆ ਗਏ ਤੇ ਆ ਗਏ, ਉਹਦੇ 'ਤੇ ਕੋਈ ਟਿੱਪਣੀ ਨਹੀਂ। ਕਾਂਗਰਸ ਦੇ ਵਿੱਚ ਜਿਹੜਾ ਵਾ ਉਹ ਪਾਟੋ ਤੜ ਬੜੀ ਆ, ਲੇਕਿਨ ਫਿਰ ਵੀ ਦੋਵੇਂ ਤਰ੍ਹਾਂ ਇਹ ਮਹਿਸੂਸ ਕਰਦੀਆਂ ਵੀ ਉਮੀਦਵਾਰ ਉਹ ਪਹਿਲਾਂ ਐਲਾਨ ਕਰੇ ਜੀ, ਉਹ ਕਹਿੰਦੀ ਉਹ ਪਹਿਲਾਂ ਐਲਾਨ ਕਰੇ। ਹਮੇਸ਼ਾ ਹੀ ਰਿਹਾ ਪਿਛਲੇ, ਤੁਸੀਂ ਵੇਖ ਲਓ ਜਿੰਨੀਆਂ ਵੀ ਚੋਣਾਂ ਹੋਈਆਂ ਜੀ, ਕਾਂਗਰਸ ਜਿਹੜੀ ਆ ਸਭ ਤੋਂ ਬਾਅਦ ਦੇ ਵਿੱਚ ਉਮੀਦਵਾਰਾਂ ਦਾ ਐਲਾਨ ਕਰਦੀ ਰਹੀ ਆ ਜੀ ਜੀ। ਇਸ ਕਰਕੇ ਉਮੀਦ ਆ ਅਕਾਲੀ ਭਾਜਪਾ ਜਿਹੜੇ ਉਹ ਪਹਿਲਾਂ ਕਰ ਦੇਣਗੇ ਜੀ, ਕਾਂਗਰਸ ਦੇ ਉਮੀਦਵਾਰਾਂ ਦੀ ਚੋਣ ਜਿਹੜੀ ਆ ਵਿਸਾਖੀ ਤੋਂ ਪਹਿਲਾਂ ਕੋਈ ਆਸ ਨਹੀਂ ਹੈਗੀ ਜੀ। ਭੱਟੀ ਸਾਹਿਬ, ਸੰਨੀ ਦਿਓਲ ਦੀ ਚਰਚਾ ਚੱਲ ਰਹੀ ਆ ਕਿ ਸੰਨੀ ਦਿਓਲ ਗੁਰਦਾਸਪੁਰ ਤੋਂ ਇਲੈਕਸ਼ਨ ਜਿਹੜੀ ਆ ਉਹ ਲੜ ਸਕਦੇ ਆ। ਅੱਜ ਦੀ ਗੱਲ ਕੀਤੀ ਜਾਵੇ ਤਾਂ ਅੱਜ ਉਰਮਿਲਾ ਮਤੋਂਡਕਰ ਜਿਹੜੀ ਕਿ ਫਿਲਮੀ ਐਕਟਰੈਸ ਆ, ਉਸ ਵੱਲੋਂ ਕਾਂਗਰਸ ਦੇ ਵਿੱਚ ਸ਼ਾਮਲ ਅੱਜ ਰਸਮੀ ਤੌਰ ਦੇ ਉੱਤੇ ਉਹਨੇ ਹੋ ਜਾਣਾ ਆ। ਤੇ ਇਹ ਵੀ ਚਰਚਾ ਆ ਕਿ ਅੱਜ ਹੀ ਜਾਂ ਕੱਲ੍ਹ ਤੱਕ ਜਿਹੜਾ ਆ ਸੰਨੀ ਦਿਓਲ ਵੀ ਭਾਜਪਾ ਦੇ ਵਿੱਚ ਸ਼ਾਮਲ ਹੋ ਜਾਣਗੇ ਤੇ ਉਸ ਤੋਂ ਬਾਅਦ ਦੇ ਵਿੱਚ
ਬੀਜੇਪੀ ਦੇ ਵੱਲੋਂ ਸਨੀ ਦਿਓਲ ਨੂੰ ਗੁਰਦਾਸਪੁਰ ਤੋਂ ਇਲੈਕਸ਼ਨ ਲੜਾਈ ਜਾਵੇਗੀ। ਵਿਨੋਦ ਖੰਨਾ ਪਹਿਲਾਂ ਉੱਥੋਂ ਇਲੈਕਸ਼ਨ ਲੜਦੇ ਰਹੇ ਆ, 4 ਵਾਰ ਵਿਨੋਦ ਖੰਨਾ ਜਿਹੜੇ ਆ ਉੱਥੋਂ ਮੈਂਬਰ ਪਾਰਲੀਮੈਂਟ ਬਣੇ ਆ। ਸਨੀ ਦਿਓਲ ਜੇਕਰ ਆਉਂਦੇ ਆ ਤਾਂ ਕੀ ਲੱਗਦਾ ਹੈ ਕਿ ਸੀਟ ਦੇ ਉੱਤੇ ਕੋਈ ਨਾ ਕੋਈ ਪ੍ਰਭਾਵ ਜਿਹੜਾ ਆ ਉਹ ਪੈ ਸਕਦਾ? ਸੁਨੀਲ ਜਾਖੜ ਲਈ ਮੁਕਾਬਲਾ ਮੁਸ਼ਕਿਲ ਹੋ ਸਕਦਾ? ਪਹਿਲੀ ਗੱਲ ਤੇ ਜਿਹੜੇ ਇਹ ਐਕਟਰ ਆ ਜੀ, ਇਹਨਾਂ ਦੀ ਸਮਾਜ ਨੂੰ ਦੇਣ ਕੀ ਹੈ, ਇਹ ਤੇ ਜਿਹੜਾ ਮੈਂ ਸੋਚਦਾ ਵੀ ਨਾਲ ਸੇ ਲੋਕ ਕਰਨਾ ਜਾਣਦੇ ਆ ਜੀ, ਬੜੀ ਚੰਗੀ ਤਰ੍ਹਾਂ ਜਾਣਦੇ ਆ। ਉਹ ਵੇਖਦੇ ਵੀ ਕੀ ਦੇਣ ਹੈਗੀ ਆ। ਤੁਸੀਂ ਸੈਲੀਬ੍ਰਿਟੀ ਸਿੱਧੂ ਦੀ ਗੱਲ ਵੇਖ ਲਓ, ਜਦੋਂ ਪਹਿਲੀ ਵਾਰੀ ਉਹਨੇ ਚੋਣ ਲੜੀ ਜੀ ਤੇ 1.25 ਲੱਖ ਵੋਟ ਤੇ ਜਿੱਤਿਆ ਜੀ। ਜਿਹੜਾ ਕਾਂਗਰਸ ਦਾ ਮਹਾਰਥੀ ਸੀ ਬੜਾ ਤਗੜਾ, ਜਿਹੜਾ 6 ਵਾਰੀ ਇਲੈਕਸ਼ਨ ਜਿੱਤਿਆ ਸੀਗਾ ਜੀ, ਉਹਨੂੰ ਹਰਾਇਆ, ਅਰਦ ਭਾਟੀ ਨੂੰ ਹਰਾਇਆ ਉਹਨੇ ਜੀ ਜੀ। ਦੂਸਰੀ ਵਾਰੀ ਚੋਣ ਲੜੀ ਤੇ 70,000 ਤੇ ਜਿੱਤਿਆ ਜੀ, ਤੇ ਤੀਜੀ ਵਾਰੀ ਚੋਣ ਲੜੀ ਤੇ 7,000 ਤੇ ਉਹਦੀ ਲੀਡ ਆ ਗਈ ਸੀ ਜੀ। ਤੇ ਜੇ ਮੈਂ ਕਿਹਾ ਅਗਲੀ ਚੋਣ ਲੜਦਾ ਤਾਂ ਸ਼ਾਇਦ ਉਹ ਨਾ ਜਿੱਤ ਪਾਉਂਦਾ ਬੀਜੇਪੀ ਵੱਲੋਂ। ਲੇਕਿਨ ਹੁਣ ਸਿਚੁਏਸ਼ਨ ਇਹ ਬਣੀ ਪਈ ਆ, ਭਾਵੇਂ ਜਿਹੜਾ ਮਰਜ਼ੀ ਸੈਲੀਬ੍ਰਿਟੀ ਆ ਜੇ, ਲੋਕ ਸਮਝਦੇ ਨੇ ਖਾਸ ਕਰਕੇ ਪੰਜਾਬ ਦੇ ਵਿੱਚ ਵੀ ਇਹਨਾਂ ਦੀ ਦੇਣ ਸਮਾਜ ਨੂੰ ਕੀ ਆ। ਇਹ ਤੇ ਉੱਥੇ ਡਰਾਮੇਬਾਜ਼ੀ ਕਰਕੇ ਪੈਸੇ ਚਾਰ ਕਮਾ ਕੇ ਤੇ ਆਪਣਾ ਜੋਰ ਲਾਈ ਜਾਂਦੇ ਆ, ਵੈਸੇ ਸਮਾਜਿਕ ਤੌਰ ਤੇ ਦੇਣ ਕੋਈ ਨਹੀਂ ਜਾਂਦੀ। ਮੈਨੂੰ ਤਾਂ ਐਂ ਲੱਗਦਾ ਪੱਟੀ ਸਾਹਿਬ, ਕਈ ਵਾਰ ਮੇਰੇ ਜ਼ਿਹਨ ਦੇ ਵਿੱਚ ਗੱਲ ਆਉਂਦੀ ਹੈ ਕਿ ਜਿਹੜੇ ਸੈਲੀਬ੍ਰਿਟੀ ਆ ਜਾਂਦੇ ਇਸ ਪਾਸੇ ਨੂੰ, ਉਹਨਾਂ ਨੂੰ ਹੁੰਦਾ ਕਿ 2-4 ਇਲੈਕਸ਼ਨਾਂ ਲੜੋ, ਤੁਹਾਡੀ ਪੈਨਸ਼ਨ ਬਣ ਜਾਂਦੀ ਹੈ ਪੱਕੀ, ਤੇ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਆ ਉਹ ਜਾਂ ਤਾਂ ਇਲੈਕਸ਼ਨ ਨਹੀਂ ਲੜਦੇ, ਜਿਵੇਂ ਹਿਮਾ ਮਾਲਿਨੀ ਨੇ ਹੁਣ ਕੀਤਾ ਆ ਕਿ ਉਹਨੇ ਇਲੈਕਸ਼ਨਾਂ 2-3 ਲੜ ਕੇ ਤੇ ਹੁਣ ਉਹਨੇ ਕਿਹਾ ਕਿ ਇਹ ਮੇਰੀ ਆਖਰੀ ਆ, ਗਾਂ ਮੈਂ ਨਹੀਂ ਲੜਨਾ। ਜਿੱਥੋਂ ਤੱਕ ਪੈਨਸ਼ਨ ਦੀ ਗੱਲ ਆ ਜੀ, ਮੈਂ ਸੋਚਦਾ ਪੈਨਸ਼ਨ ਦਾ ਪਤਾ ਸਵਾਲ ਉਹਦਾ ਨਹੀਂ ਪੈਂਦਾ ਉਹਨਾਂ ਦਾ ਕਿ ਉਹਨਾਂ ਕੋਲ ਪੈਸੇ ਹੀ ਇੰਨੇ ਲੈ ਜਾਂਦੇ ਆ। ਜਿਹੜੇ ਕਰੋੜ 2-2 ਕਰੋੜ ਰੁਪਏ ਇੱਕ ਇਲੈਕਸ਼ਨ ਦਾ ਲੈਂਦੇ, ਪੈਨਸ਼ਨ ਉਹਨਾਂ ਨੂੰ ਕੀ ਕਹਿੰਦੀ ਆ ਜੀ, 20-20 ਕਰੋੜ ਰੁਪਏ ਲੈ ਜਾਂਦੇ ਆ। ਇਸ ਕਰਕੇ ਉਹਨਾਂ ਨੂੰ ਇਹ ਨਹੀਂ ਫਰਕ ਪੈਂਦਾ। ਲੇਕਿਨ ਇਹ ਆ ਵੀ ਇੱਕ ਸਟੇਟਸ ਬਣ ਜਾਂਦਾ ਵੀ ਮੈਂ MP ਹਾਂ, ਉਹ ਗਵਰਨਮੈਂਟ ਦੇ ਵਿੱਚ ਆਪਣੀ ਦਾਅਵੇ ਕਰ ਸਕਦੇ ਵੀ ਅਸੀਂ ਇੱਕ ਸਰਕਾਰ ਦਾ ਹਿੱਸਾ ਹਾਂ। ਬਾਕੀ ਪੈਸਾ ਕੁਝ ਫੰਡਾਂ ਦੇ ਵਿੱਚੋਂ ਵੀ ਇੱਧਰ ਫੰਡਾਂ ਦੇ ਵਿੱਚ ਜਿਹੜੀ ਤੁਸੀਂ ਗੱਲ ਕੀਤੀ, ਬੜਾ ਵਧੀਆ ਕੁਐਸਚਨ ਕੀਤਾ, ਮੈਂ ਦੱਸ ਦਿਆਂ ਜੀ। ਤੁਹਾਨੂੰ ਸ਼ਾਇਦ ਪਤਾ ਹੋਊਗਾ ਵੀ 1990 ਤੋਂ ਪਹਿਲਾਂ MP ਲੈਂਡ ਫੰਡ ਕੋਈ ਨਹੀਂ ਸੀ ਹੁੰਦਾ ਜੀ। ਜਦੋਂ ਮੋਦੀ ਨਰਸਿਮਹਾ ਸਰਕਾਰ ਆਈ ਆ, ਉਸ ਟਾਈਮ ਤੇ ਘੁਟਾਲੇ ਕਾਫੀ ਹੋਏ ਸੀ। ਉਹਨਾਂ ਸੋਚਿਆ ਵੀ ਇਹ ਘੁਟਾਲੇ ਜੋ ਕਰਦੇ ਆ ਤੇ ਇਹਨਾਂ ਨੂੰ MP ਲੈਂਡ ਫੰਡ ਦੇ ਦਿਓ ਜੀ। ਉਹਨਾਂ ਨੇ ਉਹਦੇ 1 ਕਰੋੜ, ਫਿਰ 2-2 ਕਰੋੜ, ਹੁਣ 5-5 ਕਰੋੜ ਸਾਲ ਦਾ ਇਹਨਾਂ ਨੂੰ ਹੋ ਗਿਆ ਜੀ। ਮਤਲਬ ਇੱਕ MP ਨੂੰ ਜਿਹੜਾ ਵਾ 25 ਕਰੋੜ ਰੁਪਈਆ ਜਿਹੜਾ ਉਹ 5 ਸਾਲਾਂ ਚ ਆਉਂਦਾ ਜੀ ਜੀ। ਪੰਜਾਬ ਦੇ MPs ਨੂੰ ਇਸ ਵੇਲੇ ਜਿਹੜਾ ਵਾ ਉਹ 300 ਦੇ ਕਰੀਬ ਜਿਹੜੇ ਪੈਸੇ ਆਏ ਨੇ ਜੀ, ਕਿਉਂਕਿ 2 ਜਿਹੜੇ MLA ਸਾਡੇ ਨੇ ਉਹ ਬਾਈ ਇਲੈਕਸ਼ਨ ਲੜੇ ਨੇ। ਇਸ ਕਰਕੇ ਜੀ ਮੈਂ ਸੋਚਦਾ ਵੀ 300 ਕਰੋੜ ਦੇ ਵਿੱਚੋਂ ਮੈਨੂੰ ਵਿਖਾ ਦਿਓ ਵੀ ਕਿੰਨੇ ਕਰੋੜ ਲੱਗਾ। ਇਸ ਕਰਕੇ ਉਹਨਾਂ ਲੀਗ ਨਹੀਂ ਕਰ ਦਿੱਤਾ ਵੀ ਜੇ ਤੁਸੀਂ ਕਰਪਸ਼ਨ ਕਰਨੀ, ਤੁਹਾਨੂੰ ਇੱਕ ਤਰੀਕਾ ਹੋਰ ਦੱਸ ਦਿੰਦੇ, ਇਸ ਤਰ੍ਹਾਂ ਕਰਪਸ਼ਨ ਕਰ ਲਿਆ ਕਰੋ ਜੀ, ਸਿੱਧੀ ਨਾ ਕਰਿਆ ਕਰੋ। ਬੇਸਿਕਲੀ ਗਲੀਆਂ ਨਾਲੀਆਂ ਸੜਕਾਂ ਬਣਾਉਣਾ ਜਿਹੜਾ ਵਾ ਉਹ MP ਦਾ ਕੰਮ ਨਹੀਂ ਹੈਗਾ ਜੀ ਜੀ, ਬਿਲਕੁਲ। MP ਦਾ ਕੰਮ ਸਿਰਫ ਇਹ ਆ ਵੀ ਜਿਹੜੀਆਂ ਲੋਕਾਂ ਦੀਆਂ ਨੀਤੀਆਂ, ਲੋਕਾਂ ਦੀਆਂ ਮੁਸ਼ਕਲਾਂ ਜਿਹੜੀਆਂ ਪਾਰਲੀਮੈਂਟ ਉਜਾਗਰ ਕਰਕੇ, ਵਰਡ ਉਜਾਗਰ ਕਰਕੇ ਉਹਦਾ ਹੱਲ ਕਰਨਾ, ਨਾਲੀਆਂ 'ਚ ਫਸੇ ਤੇ ਕਾਨੂੰਨ ਬਣਾਉਣਾ। ਲੇਕਿਨ ਅਸੀਂ ਗਲੀਆਂ ਨਾਲੀਆਂ 'ਚ ਫਸਲੇ। ਤੇ ਜਿਹੜੀ ਗੱਲ ਤੁਸੀਂ ਸਨੀ ਦਿਓਲ ਦੀ ਗੁਰਦਾਸਪੁਰ ਤੋਂ ਕਰਦੇ ਹੋ, ਮੈਂ ਸੋਚਦਾ ਵੀ ਜੇ ਸਨੀ ਦਿਓਲ ਆ ਵੀ ਜਾਵੇ, ਇਹ ਉਹ ਮਤ ਸਮਝੇ ਵੀ ਮੈਂ ਇੱਥੋਂ ਇਲੈਕਸ਼ਨ ਜਿੱਤ ਕੇ ਜਾਊਂਗਾ ਜੀ। ਲੋਕਾਂ ਦੇ ਵਿੱਚ ਜਿਹੜੀ ਸੈਲੀਬ੍ਰਿਟੀ ਦੀ ਖਾਸ ਚਾਹ ਹੁੰਦੀ ਸੀ ਨਾ, ਉਹ ਕਾਫੀ ਹੱਦ ਤੱਕ ਮੱਠੀ ਪੈ ਚੁੱਕੀ ਹੈ ਜੀ। ਇੱਥੋਂ ਅੰਮ੍ਰਿਤਸਰ ਤੋਂ ਕਹਿ ਰਹੇ ਸੀ ਵੀ ਹਰਭਜਨ ਸਿੰਘ ਭਾਜੀ ਨੂੰ ਜਿਹੜੀ ਸੀ ਉਹ ਭਾਜਪਾ ਜ਼ੋਰ ਲਾ ਰਹੀ ਹੈ ਜੀ, ਲੇਕਿਨ ਉਹ ਰਿਫਿਊਜ਼ਡ। ਪਤਾ ਲੱਗਾ ਵੀ ਉਹਨੇ ਰਿਫਿਊਜ਼ ਕਰਤਾ ਵੀ ਮੈਂ ਇਲੈਕਸ਼ਨ ਨਹੀਂ ਲੜਨੀ। ਲੇਕਿਨ ਮੇਰੀ ਇਨਫੋਰਮੇਸ਼ਨ ਦੇ ਮੁਤਾਬਕ ਜਿਹੜਾ ਅਸੀਂ ਇੱਕ ਪੈਨਲ ਜਿਹੜਾ ਗਿਆ ਸੀ, ਉਹ 3 ਬੰਦਿਆਂ ਦਾ ਗਿਆ ਸੀ। ਇੱਕ ਪੂਨਮ ਢਿੱਲੋਂ ਜਿਹੜੀ ਆ ਉਹਦਾ ਨਾਂ ਗਿਆ ਸੀ ਜੀ, ਦੂਸਰਾ ਨਾਂ ਅਨਿਲ ਜੋਸ਼ੀ ਜਿਹੜਾ ਸਾਬਕਾ ਮੰਤਰੀ, ਅਜੇ ਵੀ ਅੰਮ੍ਰਿਤਸਰ ਤੋਂ ਚਰਚਾ ਚੱਲਦੀ ਪਈ, ਅਨਿਲ ਜੋਸ਼ੀ। ਤੀਜਾ ਨਾਂ ਗਿਆ ਸੀ RM ਸ਼ੀਨੇ ਦਾ, ਰਜਿੰਦਰ ਮੋਹਨ ਸ਼ੀਨੇ ਦਾ, ਜਿਹੜਾ ਪਹਿਲਾਂ 2 ਵਾਰੀ ਇਲੈਕਸ਼ਨ ਹਾਰ ਚੁੱਕੇ ਨੇ। ਉਹਦੇ 'ਚ ਪੂਨਮ ਢਿੱਲੋਂ ਰਿਫਿਊਜ਼ ਕਰ ਗਈ ਵੀ ਮੈਂ ਇਲੈਕਸ਼ਨ ਨਹੀਂ ਲੜਨੀ। ਹੁਣ ਰਹਿ ਗਏ ਜੋਸ਼ੀ ਤੇ ਸ਼ੀਨਾ ਜੀ। ਇਹ ਹਲਕਾ ਹੈਗਾ ਵਾ, ਫਿਰ ਵੀ ਸਿੱਖ ਹਲਕਾ ਜ਼ਿਆਦਾ ਵਾ। ਇਸ ਕਰਕੇ ਮੈਂ ਸੋਚਦਾ ਵੀ ਜੇ ਕਿਤੇ ਜੋਸ਼ੀ ਨੂੰ ਟਿਕਟ ਦੇ ਦਿੱਤੀ ਤੇ ਇਹ ਗਲਤੀ ਨਹੀਂ ਕਰੇਗੀ ਆਪਣੀ BJP ਕਿ ਉਹਨਾਂ ਦੇ ਉਮੀਦਵਾਰ ਦੀ ਜ਼ਮਾਨਤ ਜ਼ਬਤ ਹੋਵੇ ਜੀ, ਕਿਉਂਕਿ ਜਿੰਨੀਆਂ ਟੋਟਲ ਵੋਟਾਂ ਪੈਂਦੀਆਂ ਨੇ ਉਹਦਾ 16.6% ਲੈਣਾ ਜ਼ਰੂਰੀ ਹੁੰਦਾ ਵਾ ਜੇ ਤੁਸੀਂ ਆਪਣੀ ਜ਼ਮਾਨਤ ਬਚਾਉਣੀ ਆ ਤੇ ਜੇ ਨਹੀਂ ਬਚਾਉਣੀ, ਜੇ ਤੂੰ ਘੱਟ ਵੋਟਾਂ ਪੈਂਦੀਆਂ ਵਾ ਤੇ ਫਿਰ ਜਿਹੜੀ ਆ ਉਹ ਜਨਰਲ ਵਾਸਤੇ 10,000 ਤੇ ਰਿਜ਼ਰਵ ਵਾਸਤੇ 80 ਵਾਸਤੇ ਜਿਹੜਾ ਉਹ 5,000 ਜਿਹੜੀ ਆ ਉਹਦੀ ਜ਼ਮਾਨਤ ਜ਼ਬਤ ਹੋ ਜਾਂਦੀ ਹੈ ਜੀ ਜੀ। ਭਾਵੇਂ ਇਹ ਵੱਡਾ ਕੋਈ ਅਮਾਊਂਟ ਨਹੀਂ ਹੈਗੀ, ਲੇਕਿਨ ਇਹ ਲਿਖਿਆ ਜਾਂਦਾ ਵੀ ਇਸ ਬੰਦੇ ਦੀ ਜ਼ਮਾਨਤ ਜ਼ਬਤ ਹੋਈ ਸੀ। ਉਮੀਦ ਆ ਵੀ ਇਸ ਹਲਕੇ ਤੋਂ ਜਿਹੜਾ ਵਾ ਉਹ ਸ਼ੀਨੇ ਨੂੰ ਟਿਕਟ ਮਿਲੇਗੀ ਤੇ ਉੱਥੋਂ ਕਿ ਉਹ ਵੰਡਿਆ ਵਰਤਿਆ ਕੋਈ ਲੈ ਕੇ ਆਉਣਗੇ, ਸਿਆਸਤ ਨਾਲ ਲੈ ਕੇ ਆਉਣਗੇ। ਜਿਵੇਂ ਕਵਿਤਾ ਖੰਨਾ ਦਾ ਮੁੰਡਾ ਅਕਸ਼ੇ ਖੰਨਾ, ਉਹਨੂੰ ਟਿਕਟ ਦਿੱਤੀ ਜਾ ਸਕਦੀ ਆ। ਤੇ ਜੇ ਕਿਤੇ ਸਨੀ ਦਿਓਲ ਆ ਗਿਆ ਤੇ ਮੈਂ ਨਹੀਂ ਸੋਚਦਾ ਵੀ ਇੱਥੋਂ ਜਿੱਤ ਕੇ ਜਾਊਗਾ ਜੀ ਜੀ।
ਪੱਟੀ ਸਾਹਿਬ ਇਸ ਦੇ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰੂ ਨਾਨਕ ਸਾਹਿਬ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਉਹ ਇੱਕ ਕਿਤਾਬਚਾ ਜਾਰੀ ਕਰੇ ਜਿਸ ਦੇ ਵਿੱਚ ਗੁਰੂ ਸਾਹਿਬ ਦੇ ਜੀਵਨ ਅਤੇ ਸਿੱਖਿਆਵਾਂ ਸੰਬੰਧੀ ਜਾਣਕਾਰੀ ਦਿੱਤੀ ਜਾਵੇ। ਉਹਨਾਂ ਆਮ ਲੋਕਾਂ ਤੱਕ ਵੀ ਗੁਰੂ ਸਾਹਿਬ ਦੇ ਜੀਵਨ ਸਿੱਖਿਆਵਾਂ ਦੀ ਜਾਣਕਾਰੀ ਪਹੁੰਚ ਸਕੇ ਜਿਨ੍ਹਾਂ ਨੂੰ ਇਸ ਬਾਰੇ ਨਹੀਂ ਪਤਾ, ਤੇ ਵੱਖ-ਵੱਖ ਭਾਸ਼ਾਵਾਂ ਦੇ ਵਿੱਚ ਵੀ ਇਹ ਤਿਆਰ ਕੀਤੀ ਜਾਵੇ। ਸੋ ਕਿਵੇਂ ਦੇਖਦੇ ਹੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਇਹ ਜਿਹੜਾ ਉਪਰਾਲਾ ਜੇਕਰ ਕੀਤਾ ਜਾਂਦਾ ਤਾਂ ਵਾਕਿਆ ਲਾਹੇਵੰਦ ਸਾਬਤ ਹੋਏਗਾ? ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਉਲਥਾ ਅੰਗਰੇਜ਼ੀ ਦੇ ਵਿੱਚ ਜੀ 1951 ਦੇ ਵਿੱਚ ਗੋਪਾਲ ਸਿੰਘ ਨੇ ਕੀਤਾ ਸੀ ਜੀ। ਉਸ ਤੋਂ ਬਾਅਦ ਅਜੇ ਤੱਕ ਕਿਸੇ ਨੇ ਉਲਥਾ ਨਹੀਂ ਕੀਤਾ ਜੀ। ਬਾਕੀ ਕਿਸੇ ਭਾਸ਼ਾ 'ਚ ਕੋਈ ਉਲਥਾ ਨਹੀਂ ਹੋਇਆ ਜੀ। ਤੇ ਨਾ ਸ਼੍ਰੋਮਣੀ ਕਮੇਟੀ ਨੇ ਇਹਦੀ ਕੋਈ ਮਹਿਸੂਸ ਕੀਤਾ ਵੀ ਇਹ ਜ਼ਰੂਰੀ ਹੈ ਜੀ। ਜਿਹੜੀ ਤੁਸੀਂ ਕਿਤਾਬਚੇ ਦੀ ਗੱਲ ਕਰਦੇ ਹੋ ਜੀ, ਜਿਹੜੇ ਕਿਤਾਬਚੇ ਭਗਤ ਪੂਰਨ ਸਿੰਘ ਫਰੀ ਜਾ ਕੇ ਦਰਬਾਰ ਸਾਹਿਬ ਦੇ ਬਾਹਰ ਵੰਡਦਾ ਰਿਹਾ ਜੀ, ਤੇ ਭਗਤ ਪੂਰਨ ਸਿੰਘ ਨੂੰ ਸ਼੍ਰੋਮਣੀ ਕਮੇਟੀ ਵਾਲੇ ਡਾਂਗਾ ਮਾਰ ਕੇ ਭਜਾਉਂਦੇ ਰਹੇ ਉੱਥੋਂ ਵੀ ਕਿਉਂਕਿ ਇਹ ਆ ਜਾਂਦਾ ਇੱਥੇ ਬਾਟਾ ਰੱਖ ਦਿੰਦਾ, ਲੋਕ ਜਿਹੜੇ ਪੈਸੇ ਪਾ ਦਿੰਦੇ ਉਹ ਸਾਡੀ ਗੋਲਕ ਜਾਣੇ ਸੀ ਇਹਦੀ ਜੇਬ 'ਚ ਕੋ ਚਲੇ ਜਾਂਦੇ। ਹਾਲੀ ਕਿ ਭਗਤ ਪੂਰਨ ਸਿੰਘ ਦਾ ਜਿਹੜਾ ਕਾਰੋਬਾਰ ਜਿਹੜਾ ਕੰਮ ਕਰ ਰਿਹਾ ਉਹ ਸ਼੍ਰੋਮਣੀ ਕਮੇਟੀ ਨਾਲੋਂ ਕਿਤੇ ਲਾਹੇਵੰਦਾ ਤੇ ਕਿਤੇ ਜਿਹੜਾ ਸਮਾਜ ਸੁਧਾਰਨ ਵਿੱਚ ਜਾਂਦਾ ਜੀ। ਲੇਕਿਨ ਸ਼੍ਰੋਮਣੀ ਕਮੇਟੀ ਨੇ ਉਹ ਕੰਮ ਤਾਂ ਕਰਨਾ ਨਹੀਂ ਜਿਹੜਾ ਚੰਗਾ ਹੋਵੇ। ਉਹਨਾਂ ਲੋਕਾਂ ਨੂੰ ਜਿਹੜੇ ਫਰੀ ਵੰਡਦੇ ਨੇ ਉਹਨਾਂ ਤੁਸੀਂ ਡਾਂਗਾ ਮਾਰ ਕੇ ਭਜਾਉਂਦੇ ਹੋ। ਸਰੂਪ ਸਿੰਘ ਅਲੱਗ ਨੇ ਹਿੰਦੀ, ਪੰਜਾਬੀ, ਅੰਗਰੇਜ਼ੀ ਤੇ ਮੇਰੇ ਖਿਆਲ ਸ਼ਾਇਦ ਇੱਕ ਲੈਟਨ ਭਾਸ਼ਾ ਦੇ ਵਿੱਚ ਵੀ ਉਹਨੇ ਇੱਕ ਕਰਕੇ ਇੱਕ ਕਿਤਾਬਚਾ ਜਿਹੜਾ ਸੀ ਹਰਿਮੰਦਰ ਦੀ ਗੋਲਡਨ ਟੈਂਪਲ ਜੀ ਉਹਦੇ ਤੇ ਉਹਨੇ ਇੱਕ ਕਿਤਾਬਚਾ ਲਿਖਿਆ ਸੀ, ਕਿਤਾਬ ਲਿਖੀ ਸੀ ਜਿਹਦੇ ਕਈ ਐਡੀਸ਼ਨ ਉਹਨੇ ਦਰਬਾਰ ਸਾਹਿਬ ਦੇ ਬਾਹਰ ਸੰਗਤਾਂ ਨੂੰ ਫਰੀ ਵੰਡੇ। ਲੱਖਾਂ ਰੁਪਏ ਦੇ ਐਡੀਸ਼ਨ ਵੰਡੇ ਉਹਨੇ, ਕਿਤਾਬਾਂ ਵੰਡੀਆਂ ਉਹਨੇ। ਲੇਕਿਨ ਸ਼੍ਰੋਮਣੀ ਕਮੇਟੀ ਕੋਲ ਉਹੀ ਕਿਤਾਬ ਲੈਣ ਚੱਲ ਜਾਓ, ਇਹਦੀ ਕਿੰਨੇ ਪੈਸੇ ਜੀ, ਇਹਦੀ ਤੇ ਕੀਮਤ ਹੈਗੀ ਜੀ ਕਿੰਨੇ ਜੀ 200 ਰੁਪਏ, ਉਹੀ ਕਿਤਾਬ ਲੈਣ ਚੱਲ ਜਾਓ ਤੁਸੀਂ। ਲੇਕਿਨ ਜਿਹੜੇ ਬੰਦੇ ਪੈਸੇ ਲੈ ਕੇ ਕਿਤਾਬਚੇ ਦੇਣਗੇ ਕੀ ਲੋਕ ਖਰੀਦਣਗੇ ਉਹਨਾਂ ਕੋਲ? ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਬੜੀ ਚੰਗੀ ਗੱਲ ਕਿਤਾਬਚਾ ਵੰਡੇ, ਲੇਕਿਨ ਪਹਿਲਾਂ ਕਿਤਾਬ ਦੇ 'ਚ ਇਹ ਕਰਾ ਲਓ ਵੀ ਬੁੱਧੀ ਜਿਹਦੇ ਕੋਲ ਚੈੱਕ ਜ਼ਰੂਰ ਕਰਾ ਲਓ ਵੀ ਕਿਤਾਬਚਾ ਮਿਆਰੀ ਹੈਗਾ ਕਿ ਨਹੀਂ ਹੈਗਾ। ਕਿ ਸ਼੍ਰੋਮਣੀ ਕਮੇਟੀ ਆਪਣੇ ਲੈਵਲ 'ਤੇ ਕਿਤਾਬਚਾ ਛਾਪ ਦੇਵੇ ਤੇ ਮੈਂ ਸਮਝਦਾ ਉੱਤੇ 50 ਗਲਤੀਆਂ ਹੋਣਗੀਆਂ, ਲੇਕਿਨ ਬੁੱਧੀ ਜਿਹੜੇ ਵਰਗ ਦੇ ਲੋਕ ਛਾਪਣਗੇ ਤੇ ਉਹਦੇ 'ਚ ਗਲਤੀ ਕੋਈ ਨਹੀਂ ਹੋਏਗੀ। ਤੇ ਮੈਂ ਸੋਚਦਾ ਉਹਦੇ ਨਾਲ ਜਿਹੜੇ ਸਾਡੇ ਧਾਰਮਿਕ ਬਾਬੇ ਨੇ, ਸਰੂਪ ਸਿੰਘ ਲੱਗ ਰਹੇ ਵਿਅਕਤੀ ਨੇ, ਭਗਤ ਪੂਰਨ ਸਿੰਘ ਦੇ ਜਿਹੜੇ ਬੀਬੀ ਇੰਦਰਜੀਤ ਕੌਰ ਨੇ ਉਹ ਇਹਦੇ 'ਤੇ ਜ਼ਰੂਰ ਕਾਰਵਾਈ ਕਰਨਗੇ। ਸ਼੍ਰੋਮਣੀ ਕਮੇਟੀ ਕਰੇ ਨਾ ਕਰੇ, ਲੇਕਿਨ ਅਕਾਲ ਤਖਤ ਦੇ ਜ਼ਹਿਰ ਦੇ ਹੁਕਮ 'ਤੇ ਉਹ ਕਿਤਾਬਚਾ ਵਿਛਾ ਕੇ ਜ਼ਰੂਰ ਫਰੀ ਵੰਡਣਗੇ। ਸ਼੍ਰੋਮਣੀ ਕਮੇਟੀ ਕੋਲ ਕੋਈ ਆਸ ਨਹੀਂ ਵੀ ਉਹ ਵੰਡੇਗੀ। ਜੀ ਜੀ। ਭੱਟੀ ਸਾਹਿਬ ਗੱਲ ਕਰੀਏ ਵੇਸ਼ਵਾਵਾਂ ਦੀ, ਸਮਾਜ ਦੇ ਵਿੱਚ ਉਹਨਾਂ ਨੂੰ ਬੜੀ ਹੀਣ ਭਾਵਨਾ ਦੇ ਨਾਲ ਦੇਖਿਆ ਜਾਂਦਾ ਆ, ਉਹਨਾਂ ਨਜ਼ਰਾਂ ਦੇ ਨਾਲ ਨਹੀਂ ਦੇਖਿਆ ਜਾਂਦਾ ਜਿਸਦੀਆਂ ਸਤਿਕਾਰਤ ਹੁੰਦੀਆਂ ਨੇ। ਵੇਸ਼ਵਾਵਾਂ ਦਾ ਇੱਕ ਰੁਤਬਾ ਇਸ ਤਰ੍ਹਾਂ ਦਾ ਸਾਡੇ ਸਮਾਜ ਦੇ ਵਿੱਚ ਬਣਿਆ ਹੋਇਆ ਹੈ, ਪਰ ਫਿਰ ਵੀ ਸਮੇਂ-ਸਮੇਂ 'ਤੇ ਕਈ ਸੰਸਥਾਵਾਂ, ਕਈ ਲੋਕ ਅੱਗੇ ਆਉਂਦੇ ਰਹਿੰਦੇ ਆ। ਹੁਣ ਦੀ ਗੱਲ ਕਰਾਂ ਤਾਂ ਰੇਨੂਕਾ ਸਹਾਨੇ ਅੱਗੇ ਆਈ ਆ ਵੇਸ਼ਵਾਵਾਂ ਦੇ ਹੱਕਾਂ ਪ੍ਰਤੀ, ਉਹਨਾਂ ਨੂੰ ਜਾਗਰੂਕ ਕਰਨ ਵਾਸਤੇ ਉਹਨਾਂ ਦੇ ਹੱਕ ਕੀ ਹੈਗੇ ਆ, ਕਿਵੇਂ ਉਹ ਜ਼ਿੰਦਗੀ 'ਚ ਜੀਣ, ਕਿਵੇਂ ਆਮ ਲੋਕ ਵੀ ਉਹਨਾਂ ਨੂੰ ਇਹ ਜਿਹੜੀ ਆ ਸਤਿਕਾਰ ਦੀ ਨਿਗਾਹ ਦੇ ਨਾਲ ਦੇਖਣ, ਜਾਂ ਵਾਕਿਆ ਹੀ ਸਾਡਾ ਸਮਾਜ ਇਸ ਤਰ੍ਹਾਂ ਦਾ ਕਿ ਉਹਨਾਂ ਨੂੰ ਕਦੇ ਵੀ ਸਤਿਕਾਰ ਦੀ ਨਿਗਾਹ ਨਾਲ ਨਹੀਂ ਦੇਖਿਆ ਜਾਵੇਗਾ। ਸਮਾਜ ਦੇ ਵਿੱਚ ਜਿਹੜੀਆਂ ਸਾਡੀਆਂ ਸੈਕਸ ਵਰਕਰਾਂ ਉਹਨਾਂ ਨੂੰ ਸਰਾਪਤੇ ਲੋਕ ਸਮਝਦੇ, ਇਹ ਸਰਾਪਤੇ ਲੋਕ ਨੇ ਜੀ। ਬੇਸਿਕਲੀ ਉਹ ਸਾਡੇ ਸਮਾਜ ਦਾ ਅੰਗ ਨੇ ਜੀ। ਉਹ ਮਜਬੂਰੀ ਦਾ, ਉਹਨਾਂ ਦੀ ਰੋਟੀ ਪਕਾਉਣ ਲਈ ਮਜਬੂਰੀ ਆ ਕੋਈ ਜੀ, ਉਹ ਮਜਬੂਰੀ ਦੀਆਂ ਵਧੀਆਂ ਪੈਸੇ ਲੱਗੀਆਂ ਵਾ। ਦਿੱਲੀ ਦੇ ਵਿੱਚ ਸੰਸਦ ਦੇ ਵਿੱਚ, ਲੋਕ ਸਭਾ ਦੇ ਵਿੱਚ 5 ਮਜ਼ਬੂਤ ਲੇਡੀਜ਼ ਰਹੀਆਂ ਜੀ, ਜਿਹਦੇ ਵਿੱਚ ਤੁਸੀਂ ਸੁਸ਼ਮਾ ਸਵਰਾਜ ਲੈ ਲਓ ਜੀ, ਬੀਬੀ ਮਾਇਆਵਤੀ ਲੈ ਲਓ, ਸੋਨੀਆ ਗਾਂਧੀ ਲੈ ਲਓ, ਸੁਮਿਤਰਾ ਮਹਾਜਨ ਲੈ ਲਓ, ਮਮਤਾ ਬੈਨਰਜੀ ਲੈ ਲਓ। ਇਹ 5 ਲੋਕ ਸਭਾ ਦੇ ਵਿੱਚ ਸੀ ਜੀ। ਲੋਕ ਸਭਾ ਦੇ ਵਿੱਚ ਹੋਣ ਦੇ ਬਾਵਜੂਦ ਇਹ GB ਰੋਡ ਬੰਦ ਨਹੀਂ ਕਰਾ ਸਕਦੀਆਂ ਜੀ। ਤੇ ਦਿੱਲੀ ਦੀ ਮੁੱਖ ਮੰਤਰੀ ਕੌਣ ਸੀ? ਸ਼ੀਲਾ ਦੀਕਸ਼ਿਤ ਜੀ। ਇਹ ਮਜ਼ਬੂਤ ਲੇਡੀਜ਼ ਹੋਣ ਦੇ ਬਾਵਜੂਦ ਉਹ ਜਿਹੜਾ GB ਰੋਡ ਜਗ੍ਹਾ ਸੈਕਸ ਵਰਕਰਾਂ ਦਾ ਅੱਡਾ ਉਹ ਬੰਦ ਨਹੀਂ ਕਰਾ ਸਕੀਆਂ ਜੀ। ਅਗਲੀ ਗੱਲ ਮੈਂ ਕਹਾਂ ਜਿਹੜੀਆਂ ਇਹ ਬੀਬੀ ਹੈਗੀ ਆ ਸੁਮਿਤਰਾ ਕ੍ਰਿਸ਼ਨਾ ਮੂਰਤੀ ਤੇ ਜਿਹੜੀ ਸਹਾਨੇ ਰੇਨੂਕਾ ਸਹਾਨੇ ਜੀ, ਚੰਗਾ ਕਿਹਾ ਉਹਨਾਂ ਨੇ ਇੰਨੀ ਗੱਲ ਕਹੀ ਵੀ ਸਾਡੇ ਸਮਾਜ ਦਾ ਹਿੱਸਾ ਵਾ, ਇਹਨਾਂ ਨੂੰ ਅਸੀਂ ਸਮਾਜ ਦੇ ਨਾਲ ਲੈ ਕੇ ਚੱਲਣਾ, ਇਹਨਾਂ ਨਾਲ ਅਸਾਵਾਂ ਨਹੀਂ ਸਾਵਾਂ ਪੈਦਾ ਕਰਨਾ ਵਾ। ਇਸ ਤੋਂ ਪਹਿਲਾਂ ਮੈਂ ਦੱਸਦਾ ਬਾਪੂ ਮੁਰਾਰੀ ਨੇ ਜਿਹੜੇ ਧਾਰਮਿਕ ਆਗੂ ਨੇ ਹਿੰਦੂ ਕਮਿਊਨਿਟੀ ਦੇ ਜੀ, ਉਹ ਪਿੱਛੇ ਜੇ ਬੰਬੇ ਦੀਆਂ ਸੈਕਸ ਵਰਕਰਾਂ ਦੇ
ਜਿਹੜੇ ਸੀ ਇਲਾਕਾ ਲਾਲ ਬੱਤੀ ਅਜਿਹਾ ਇਲਾਕਾ ਇੱਕ ਹੈਗਾ ਵਾ ਜਿਹਦਾ ਨਾਂ ਹੀ ਲਾਲ ਬੱਤੀ ਕਿਹਾ ਜਾਂਦਾ ਵਾ, ਲੇਕਿਨ ਜੇ ਮਤਲਬ ਖਤਰੇ ਤੋਂ ਖਾਲੀ ਨਹੀਂ। ਉੱਥੇ ਜਿਹੜੇ ਜਾਂਦੇ ਆ ਲੋਕ ਵੇਸਵਾਂ ਦੇ ਕੋਲ, ਉਹ ਕਈ ਲੋਕ ਬਿਮਾਰੀਆਂ ਦਾ ਸ਼ਿਕਾਰ ਵੀ ਹੁੰਦੇ ਆ, ਕਈ ਕੁਛ ਹੁੰਦਾ ਵਾ। ਭਾਵੇਂ ਕੋ ਕਾਫੀ ਹੁਣ ਤੱਕ ਅੱਜ ਕੱਲ੍ਹ ਟੈਕਨੀਕਾਂ, ਨਵੀਂ ਟੈਕਨੀਕ ਆ ਗਈ ਆ ਜੀ। ਲਾਲ ਬੱਤੀ ਇੱਕ ਨਾਵਲ ਲਿਖਿਆ ਸੀ ਬਲਦੇਵ ਨੇ ਜੀ, ਤੇ ਲਾਲ ਬੱਤੀ ਸਿਰਫ ਹੁਣ ਲਾਲ ਬੱਤੀ ਨਾਵਲ ਤੇ ਉਹਦੀ ਬੜੀ ਚਰਚਾ ਹੋਈ ਸੀ, ਬੜੀ ਆਲੋਚਨਾ ਹੋਈ ਸੀ, ਬੜਾ ਹੱਕ ਚਾਇਆ ਸੀ, ਬੜੀ ਉਹਦੀ ਚਰਚਾ ਹੋਈ ਸੀ ਜੀ। ਤੇ ਮਰਾਰੀ ਬਾਪੂ ਹੋਰੀ ਜਿਹੜੇ ਸੀ ਇੱਕ ਧਾਰਮਿਕ ਆਗੂ, ਉਹ ਸੈਕਸ ਵਰਕਰਾਂ ਦੇ ਉਸ ਲਾਲ ਬੱਤੀ ਰੀ 'ਚ ਗਏ। ਅਸੀਂ ਜਾ ਕੇ ਉੱਥੇ ਦੀਆਂ ਵੇਸਵਾਂ ਨੂੰ ਮਿਲੇ ਤੇ ਉਹਨਾਂ ਕਿਹਾ ਵੀ ਇਹਨਾਂ ਬੱਚਿਆਂ ਦੀ ਕੀ ਹਾਲਤ, ਵਿਚਾਰੇ ਬੱਚੇ ਅਨਪੜ੍ਹ ਨੇ, ਸੜਕਾਂ ਤੇ ਰੁਲ ਰਹੇ ਨੇ, ਇਹਨਾਂ ਦਾ ਕੀ ਕਸੂਰ। ਮਰਾਰੀ ਬਾਪੂ ਨੇ ਕਿਹਾ ਵੀ ਇਹਨਾਂ ਦੇ ਬੱਚਿਆਂ ਦੀ ਹਾਲਤ ਅਸੀਂ ਸੁਧਾਰਾਂਗੇ। ਤੇ ਮਰਾਰੀ ਬਾਪੂ ਜਿਹੜੇ ਸੀ ਉਹਨਾਂ ਨੇ ਵੇਸਵਾ ਨੂੰ ਕਿਹਾ ਵੀ ਸਾਡਾ ਇੱਕ ਉਜਦਿਆ ਸਮਾਗਮ ਆ, ਤੁਸੀਂ ਉੱਥੇ ਆਓ। ਉਹ 80 ਵੇਸਵਾ ਨੇ ਕਿਹਾ ਵੀ ਕਾਨਪੁਰ ਤੋਂ ਵੇਸਵਾ ਜਿਹੜੀ ਉਹਨਾਂ ਨੂੰ ਵੀ ਕਹਿ ਦਿੱਤਾ, ਜਿਹੜੀਆਂ ਸੈਕਸ ਵਰਕਰ ਦਿੱਲੀ ਸੀ ਉਹਨੂੰ ਵੀ ਕਹਿ ਦਿੱਤਾ, ਜਿਹੜੀਆਂ ਕਲਕੱਤੇ ਸੀ ਉਹਨਾਂ ਨੂੰ ਕਹਿ ਦਿੱਤਾ। ਕੋਈ 200 ਤੋਂ ਲੈ ਕੇ 250 ਸੈਕਸ ਵਰਕਰ ਪਹੁੰਚ ਗਏ ਉਸ ਸਮਾਗਮ ਦੇ ਵਿੱਚ। ਉਹ ਸਮਾਗਮ ਦੇ ਜਿੰਨੇ ਦਿਨ ਰਹੀਆਂ, ਮਰਾਰੀ ਬਾਪੂ ਨੇ ਕਿਹਾ ਇਹਨਾਂ ਦੇ ਬੱਚਿਆਂ ਵਾਸਤੇ ਫੰਡ ਇਕੱਠਾ ਕੀਤਾ ਜਾਵੇ, ਤੇ ਮੌਕੇ ਤੇ 2 ਕਰੋੜ ਰੁਪਇਆ ਇਕੱਠਾ ਹੋ ਗਿਆ। ਮਰਾਰੀ ਬਾਪੂ ਨੇ ਆਪਣੇ ਕੋਲੋਂ 10 ਲੱਖ ਕਿ 20 ਲੱਖ ਆਪਣੇ ਕੋਲ ਦਿੱਤਾ ਉਹਨੇ ਵੀ ਇਹ ਪੈਸੇ ਇਕੱਠੇ ਕਰ ਲਓ, ਇੱਕ ਸੰਸਥਾ ਬਣਾ ਲਓ, ਇਹਨਾਂ ਦੇ ਬੱਚਿਆਂ ਨੂੰ ਐਜੂਕੇਸ਼ਨ ਦੇਣੀ ਆ, ਉਹਨਾਂ ਨੂੰ ਸਮਾਜ ਦੇ ਬਰਾਬਰ ਖੜੇ ਕਰਨਾ ਵਾ, ਉਹਨਾਂ ਦੇ ਵਾਸਤੇ ਰੁਜ਼ਗਾਰ ਦਾ ਬੰਦੋਬਸਤ ਕਰਨਾ ਵਾ, ਤੇ ਇਹਨਾਂ ਬੀਬੀਆਂ ਵਾਸਤੇ ਕੋਈ ਹੋਰ ਕੰਮ ਦਾ ਬੰਦੋਬਸਤ ਕਰਕੇ ਇਹਨਾਂ ਨੂੰ ਇਸ ਪਾਸੇ ਸਿੱਧੇ ਪਾਸੇ ਲਾਉਣਾ ਆਪਾਂ ਜੀ। ਤੇ ਉਹ ਜਦੋਂ ਬੀਬੀਆਂ ਉੱਥੇ ਆਈਆਂ ਤੇ ਮਰਾਰੀ ਬਾਪੂ ਨੇ ਜਾਣ ਲੱਗਿਆ ਇੰਨੀ ਗੱਲ ਕਹਿਤੀ ਆਪਣੇ ਬੰਦਿਆਂ ਨੂੰ ਕਿ ਇਹਨਾਂ ਵੇਸਵਾਵਾਂ ਨੂੰ ਆਉਣ ਜਾਣ ਦਾ ਕਿਰਾਏ ਦੇ ਨਾਲ ਜਿੰਨਾ ਨਾਲ ਨੁਕਸਾਨ ਹੋਇਆ ਵਾ, ਜਿੰਨੇ ਪੈਸੇ ਇੱਕ ਦਿਨ 'ਚ ਕਮਾਉਂਦੀਆਂ ਸੀ, ਇਹ 7 ਦਿਨ ਸਾਡੇ ਕੋਲ ਰਹੀਆਂ, ਉਹ ਸਾਰੇ ਪੈਸੇ ਇਹਨਾਂ ਨੂੰ ਅਦਾ ਕੀਤੇ ਜਾਣੇ ਨੇ ਲੇਬਰ। ਲੇਕਿਨ ਮੈਂ ਸੋਚਦਾ ਵੀ ਮਰਾਰੀ ਬਾਪੂ ਦਾ ਇੱਕ ਅੱਛਾ ਕਦਮ ਆ, ਹੁਣ ਇਹ 2 ਬੀਬੀਆਂ ਸਾਹਮਣੇ ਆਈਆਂ, ਅੱਛਾ ਕਦਮ ਆ, ਉਹ ਸਾਡੇ ਸਮਾਜ ਦਾ ਹਿੱਸਾ ਵਾ ਜੀ। ਜੇ ਅਸੀਂ ਇਹਨੂੰ ਬੁਰਾਈ ਸਮਝਦੇ ਹਾਂ ਤਾਂ ਉਹ ਬੁਰਾਈ ਜੇ ਦੂਰ ਕੀਤੀ ਜਾਵੇ ਤੇ ਬੜੀ ਚੰਗੀ ਗੱਲ ਹੈ ਜੀ। ਸੋ ਬਿਲਕੁਲ ਪ੍ਰੋਗਰਾਮ ਕਰੰਟ ਅਫੇਅਰ ਦੇ ਵਿੱਚ ਅਸੀਂ ਚਰਚਾ ਕੀਤੀ ਵੱਖ-ਵੱਖ ਪਹਿਲੂਆਂ ਦੇ ਉੱਤੇ, ਵੱਖ-ਵੱਖ ਖਬਰਾਂ ਦੇ ਉੱਤੇ, ਵੱਖ-ਵੱਖ ਗੱਲਾਂ ਦੇ ਉੱਤੇ। ਸੋ ਮੇਰੇ ਨਾਲ ਸਾਥ ਦੇ ਰਹੇ ਸਨ ਸੀਨੀਅਰ ਪੱਤਰਕਾਰ ਸਰਦਾਰ ਜਸਪ੍ਰੀਤ ਸਿੰਘ ਜੀ ਪੱਟੀ। ਸੋ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਤੇ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਬੁਲਾਉਂਦੇ ਹਾਂ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।